ਡਾਕਟਰ ਦਲੀਪ ਕੌਰ ਟਿਵਾਣਾ ਦੀ ਪੁਸਤਕ ਕਥਾ ਕਹੋ ਉਰਵਸ਼ੀ ਦਾ ਤੀਸਰਾ ਭਾਗ। ਅੱਜ ਕੱਲ੍ਹ ਮੀਂਹ ਪੈਣੇ ਸ਼ੁਰੂ ਹੋ ਗਏ ਨੇ। ਸਮੁੰਦਰ ਵੱਲੋਂ ਪਾਣੀ ਦੇ ਭਰੇ ਬੱਦਲ ਰਾਹ ਪੁੱਛਦੇ ਪੁਛਾਉਂਦੇ ਕਈ ਦਿਨਾਂ ਵਿੱਚ ਪੰਜਾਬ ਪਹੁੰਚਦੇ ਨੇ। ਇੱਥੋਂ ਦੀ ਧਰਤੀ, ਬਨਸਪਤੀ, ਵੇਲਾਂ, ਬੂਟੇ, ਦਰਖਤ, ਪੌਦੇ ਪਹਿਲਾਂ ਤੋਂ ਹੀ ਉਡੀਕ ਰਹੇ ਹੁੰਦੇ ਨੇ ਬੱਦਲਾਂ ਨੂੰ। ਧਰਤੀ ਉੱਪਰ ਪਹਿਲੀਆਂ ਕਣੀਆਂ ਜਦੋਂ ਡਿੱਗਦੀਆਂ ਨੇ, ਮਿੱਟੀ ਦੀ ਖੁਸ਼ਬੂ ਚੁਫੇਰੇ ਮਹਿਕਾਂ ਖਿਲਾਰ ਦਿੰਦੀ ਏ। ਇਉਂ ਜਦੋਂ ਮੀਂਹ ਵਰਸਦਾ ਤਾਂ ਅਰਵਿੰਦ ਬਾਹਰ ਝਾਕ ਕੇ ਆਖਦਾ ਹੁੰਦਾ ਸੀ, ਡੈਡੀ ਬੂਟੇ ਕਿੰਨੇ ਖੁਸ਼ ਹੋ ਰਹੇ ਨੇ ਤੇ ਪੱਤੇ ਮੀਂਹ 'ਚ ਡਾਂਸ ਕਰ ਰਹੇ ਨੇ। ਹਵਾ ਕਿੰਨੀ ਭਿੱਜੀ ਭਿੱਜੀ ਤੇ ਠੰਡੀ ਹੋ ਜਾਂਦੀ ਹੈ। ਤੇ ਅੱਜ ਮੈਨੂੰ ਆਪਣੀ ਵੱਡੀ ਭੈਣ ਕੁਲਦੀਪ ਬਹੁਤ ਯਾਦ ਆ ਰਹੀ ਹੈ। ਅਜਿਹੇ ਮੌਸਮ 'ਚ ਉਹ ਸਾਨੂੰ ਮਾਲ ਪੂੜੇ ਬਣਾ ਕੇ ਦਿੰਦੀ ਸੀ। ਮੈਨੂੰ ਦਿਸ ਰਹੀ ਹੈ ਕਿ ਉਹ ਆਪਣੇ ਘਰ ਦੇ ਦਰਵਾਜ਼ੇ 'ਚ ਖੜੀ ਅੱਖਾਂ ਭਰੀ ਬੱਦਲਾਂ ਵੱਲ ਵੇਖ ਰਹੀ ਹੈ। ਉਹ ਸੋਚ ਰਹੀ ਹੈ ਕਿ ਮੌਸਮ ਬਦਲ ਗਿਆ ਹੈ, ਬੱਦਲ ਆ ਗਏ ਨੇ, ਪਰ ਵੀਰਾ ਹੁਣ ਕਦੇ ਨਹੀਂ ਆਏਗਾ। ਪਤਾ ਨਹੀਂ ਉਹ ਬੱਦਲਾਂ 'ਚ ਬੱਦਲ ਬਣਿਆ ਇੱਥੋਂ ਦੀ ਲੰਘ ਰਿਹਾ ਹੋਵੇ। ਪਤਾ ਨਹੀਂ ਉਹ ਕੋਈ ਫੁੱਲ ਬਣ ਕੇ ਸਾਡੀ ਬਗੀਚੀ 'ਚ ਉੱਗ ਆਇਆ ਹੋਵੇ। ਕੀ ਪਤਾ ਉਹ ਕੋਈ ਪੰਛੀ ਬਣਿਆ ਨਿੱਤ ਮੇਰੇ ਬਨੇਰੇ ਉੱਪਰ ਆ ਬੈਠਦਾ ਹੋਵੇ। ਪਰ ਵਿਚਾਰੀ ਭੈਣ ਜੀ ਨਹੀਂ ਜਾਣਦੇ, ਮੈਂ ਤਾਂ ਅਜੇ ਭਟਕਦਾ ਹੀ ਫਿਰ ਰਿਹਾ। ਇਸੇ ਲਈ ਤਾਂ ਲੋਕ ਆਪਣੇ ਬੇਗਤਿਆਂ ਲਈ ਪਾਠ ਕਰਵਾਉਂਦੇ ਨੇ, ਗਿਆ ਜੀ ਜਾਂਦੇ ਨੇ, ਤਾਂ ਜੋ ਇਸ ਪ੍ਰੇਤ ਜੂਨੀ ਤੋਂ ਛੁਟਕਾਰਾ ਪਾ ਸਕਣ। ਆਪੇ ਮਰ ਕੇ ਤੁਸੀਂ ਆਪਣੇ ਲਈ ਕੁਝ ਵੀ ਕਰਨ ਦਾ ਅਧਿਕਾਰ ਵੀ ਗਵਾ ਬੈਠਦੇ ਹੋ। ਇਹ ਤਾਂ ਹੁਣ ਪਿਛਲਿਆਂ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਤੁਹਾਨੂੰ ਪਾਰ ਲੰਘਾਉਣ। ਇਹ ਤਾਂ ਅਲਕਾ ਦਾ ਫਰਜ਼ ਬਣਦਾ। ਉਸੇ ਨੇ ਮੇਰੀ ਸਾਰੀ ਕਮਾਈ ਸਾਂਭੀ ਹੈ, ਉਹੀ ਮੇਰੇ ਸਭ ਕਾਸੇ ਦੀ ਹੱਕਦਾਰ ਬਣੀ ਹੈ। ਉਂਝ ਇਹ ਕਿੰਨੀ ਅਜੀਬ ਗੱਲ ਹੈ ਕਿ ਜਿਸ ਬੰਦੇ ਨੂੰ ਤੁਸੀਂ ਸਾਰੀ ਉਮਰ ਅਪਣਾਇਆ ਨਹੀਂ, ਜਿਹਦੀ ਫੈਮਿਲੀ ਨੂੰ ਆਪਣੀ ਫੈਮਿਲੀ ਨਹੀਂ ਸਮਝਿਆ, ਉਸੇ ਦੀਆਂ ਚੀਜ਼ਾਂ ਦੇ ਤੁਸੀਂ ਹੱਕਦਾਰ ਬਣ ਬੈਠਦੇ ਹੋ। ਲੋਕ ਆਪਣੇ ਆਪ ਦੇ ਸਾਹਮਣੇ ਸੱਚੇ ਪਤਾ ਨਹੀਂ ਕਿਵੇਂ ਬਣਦੇ ਹੋਣਗੇ। ਕੀ ਅਜੀਬ ਗੱਲ ਨਹੀਂ ਕਿ ਹੁਣ ਮੇਰੇ ਮਰਨ ਤੋਂ ਮਗਰੋਂ ਅਲਕਾ ਸਭ ਨੂੰ ਆਖ ਰਹੀ ਹੈ ਕਿ ਮੇਰਾ ਹਸਬੈਂਡ ਤਾਂ ਬਹੁਤ ਅੱਛਾ ਬੰਦਾ ਸੀ, ਫਿਰ ਮਾੜਾ ਕੀ ਸੀ। ਅਸਲ 'ਚ ਅਲਕਾ ਸਪਿਰਿਚੁਅਲੀ ਇੱਕ ਸੁੱਤੀ ਹੋਈ ਔਰਤ ਹੈ, ਜਿਵੇਂ ਅਜੇ ਕਈ ਜਨਮ ਪਿਛਾਂ ਹੀ ਹੋਵੇ। ਇਸੇ ਲਈ ਸਾਡੀ ਕੋਈ ਗੱਲ ਉਸ ਤੱਕ ਨਹੀਂ ਸੀ ਅੱਪੜਦੀ। ਉਹਦਾ ਦਿਮਾਗ ਤਾਂ ਬਥੇਰਾ ਤੇਜ਼ ਹੈ, ਪਰ ਉਹਦੀ ਰੂਹ ਜਿਵੇਂ ਉਹਦੀ ਆਪਣੀ ਨਾ ਹੋਵੇ, ਕਚੀਲ ਮਰੀ ਹੋਈ ਕਿਸੇ ਜਾਦੂਗਰਨੀ ਦੀ ਰੂਹ ਜਿਵੇਂ ਉਸ ਰਾਹੀਂ ਜਿਉਂ ਰਹੀ ਹੋਵੇ। ਇਸੇ ਲਈ ਸਾਡੇ ਨਾਲ ਉਹਦਾ ਕੋਈ ਵਾਸਤਾ ਨਹੀਂ ਸੀ ਬਣਦਾ। ਖੈਰ, ਮੈਂ ਤਾਂ ਬੱਦਲਾਂ ਦੀ, ਮੀਂਹ ਦੀ, ਫੁੱਲਾਂ ਬੂਟਿਆਂ ਦੀ ਗੱਲ ਕਰ ਰਿਹਾ ਸੀ। ਮੇਰਾ ਬੜਾ ਮਨ ਕੀਤਾ ਕਿ ਆਪਣੇ ਬੀਜੇ ਸਭ ਵੇਲਾਂ ਬੂਟਿਆਂ ਨੂੰ ਮਿਲ ਕੇ ਆਵਾਂ। ਪਹਿਲੇ ਮੈਂ ਆਪਣੀ ਕੋਠੀ ਪਟਿਆਲੇ ਗਿਆ, ਬਾਹਰੋਂ ਹੀ ਦੇਖ ਕੇ ਮੁੜ ਆਇਆ। ਗੁਲਾਬ ਦੀ ਵੇਲ ਫੁੱਲਾਂ ਨਾਲ ਭਰੀ ਪਈ ਸੀ। ਅਨਾਰ ਦਾ ਤੇ ਅੰਬ ਦਾ ਬੂਟਾ ਵੀ ਹਰੇ ਖੜੇ ਸਨ। ਬਾਥਰੂਮ ਦਾ ਨਲਕਾ ਚੱਲ ਰਿਹਾ ਸੀ, ਜਿਵੇਂ ਹੁਣੇ ਕੋਈ ਨਹਾ ਕੇ ਗਿਆ ਹੋਵੇ, ਪਰ ਉੱਥੇ ਤਾਂ ਕੋਈ ਨਹੀਂ ਸੀ। ਕੋਠੀ ਜਿਵੇਂ ਹੌਲੀ ਹੌਲੀ ਰੋਣ ਲੱਗ ਪਈ, ਜਿਵੇਂ ਉਹਨੂੰ ਪਤਾ ਲੱਗ ਗਿਆ ਹੋਵੇ ਕਿ ਮੈਂ ਮਰ ਗਿਆ। ਮੈਂ ਕਾਹਲੀ ਨਾਲ ਉੱਥੋਂ ਤੁਰ ਆਇਆ। ਮੈਨੂੰ ਲੱਗਦਾ ਸੀ ਹੁਣੇ ਅੰਦਰੋਂ ਬੇਜੀ ਨਿਕਲ ਆਉਣਗੇ, ਆਖਣਗੇ ਦਵਿੰਦਰ ਤੈਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ। ਹੁਣ ਤਾਂ ਮੈਨੂੰ ਆਪ ਨੂੰ ਵੀ ਲੱਗਣ ਲੱਗ ਗਿਆ ਕਿ ਮੈਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ। ਇਸੇ ਲਈ ਆਪਣੇ ਪਿੱਤਰਾਂ ਤੋਂ ਮੈਂ ਲੁਕਦਾ ਰਹਿਣਾ ਕਿ ਉਹ ਮੈਨੂੰ ਕੀ ਆਖਣਗੇ। ਉਹ ਤਾਂ ਆਪਣਾ ਹੀ ਕੁਲ ਦਾ ਦੀਵਾ ਮੈਨੂੰ ਫੜਾ ਕੇ ਸੁਰਖਰੂ ਹੋ ਗਏ ਸੀ, ਪਰ ਮੈਂ ਦੀਵਾ ਆਪ ਹੀ ਬੁਝਾਉਣ ਤੁਰ ਪਿਆ। ਉਦੋਂ ਖਿਆਲ ਨਹੀਂ ਆਇਆ, ਪਰ ਹੁਣ ਆਉਂਦਾ ਕਿ ਸਾਡੀ ਜ਼ਿੰਮੇਵਾਰੀ ਸਿਰਫ ਆਪਣੇ ਆਪ ਦੀ ਤਾਂ ਨਹੀਂ ਹੁੰਦੀ। ਕੋਈ ਫਰਜ਼ ਜਾ ਚੁੱਕਿਆਂ ਲਈ ਵੀ ਹੁੰਦੇ ਨੇ ਤੇ ਕੋਈ ਫਰਜ਼ ਆਉਣ ਵਾਲਿਆਂ ਲਈ ਵੀ ਹੁੰਦੇ ਨੇ। ਹਰਿਦੁਆਰ ਕੁੱਲ ਪੁਰੋਹਿਤ ਜਿਹੜੀ ਵਹੀ ਲਈ ਬੈਠਾ ਸੀ, ਉਸ ਵਿੱਚ ਉਹ ਉੱਠ ਕੇ ਪਤਾ ਨਹੀਂ ਕਿੰਨੇ ਪਿੱਤਰ ਇਸ ਕੁੱਲ 'ਚ ਮੁੜ ਆਉਂਦੇ ਰਹੇ ਕਿ ਇਹ ਸਾਡੀ ਕੁੱਲ ਹੈ ਤੇ ਇੱਕ ਮੈਂ ਆ ਕਿ ਆਪਣੇ ਇਤਿਹਾਸ ਨੂੰ ਪੁੱਠਾ ਲਟਕਾ ਦਿੱਤਾ ਹੈ। ਸੱਚਮੁੱਚ ਹੀ ਰੱਬ ਮਰ ਗਿਆ ਲੱਗਣ ਲੱਗ ਪਿਆ। ਰੱਬ ਦਾ ਤਾਂ ਬੜਾ ਵੱਡਾ ਆਸਰਾ ਹੁੰਦਾ ਹੈ। ਅਸੀਂ ਸਭ ਕੁਝ ਉਹਦੇ ਜਿੰਮੇ ਲਾ ਕੇ ਆਪ ਸੁਰਖਰੂ ਹੋ ਸਕਦੇ ਹੁੰਦੇ ਹਾਂ, ਤੇ ਫਿਰ ਅਸੀਂ ਸਾਰਾ ਕੁਝ ਆਪਣੇ ਜਿੰਮੇ ਹੀ ਕਿਉਂ ਲੈ ਲਿਆ। ਅਸੀਂ ਐਡਾ ਭਾਰ ਚੁੱਕਣ ਜੋਗੇ ਹਾਂ ਹੀ ਕਿੱਥੇ, ਇਸੇ ਲਈ ਟੁੱਟ ਰਹੇ ਹਾਂ। ਸਾਰੇ ਰਲ ਕੇ ਮੇਰੇ ਲਈ ਪ੍ਰੇਅਰ ਕਰੋ। ਅਸੀਂ ਰੱਬ ਨਾਲ ਸਿਰਫ ਗਰਜ਼ਾਂ ਦਾ ਹੀ ਰਿਸ਼ਤਾ ਰੱਖਦੇ ਹਾਂ, ਸਿਰਫ ਔਖੇ ਵੇਲੇ ਉਹਨੂੰ ਯਾਦ ਕਰਦੇ ਹਾਂ। ਡੀਪ ਡਾਊਨ ਉਹ ਸਾਡੇ ਅੰਤःਕਰਨ ਦਾ ਹਿੱਸਾ ਨਹੀਂ ਰਹਿ ਗਿਆ। ਉਹ ਸਾਡੇ ਲਹੂ 'ਚ ਨਹੀਂ ਘੁਲਿਆ ਹੋਇਆ, ਉਹ ਸਾਡੇ ਸਾਹਾਂ 'ਚ ਨਹੀਂ ਸਮਾਇਆ ਹੋਇਆ। ਅਸੀਂ ਸਮਝਣ ਲੱਗ ਪਏ ਹਾਂ ਜਿਵੇਂ ਅਸੀਂ ਆਪਣੇ ਆਪ ਹੀ ਇਸ ਸੰਸਾਰ ਉੱਪਰ ਆ ਗਏ ਹਾਂ, ਜਿਵੇਂ ਇਹ ਸੰਸਾਰ ਵੀ ਆਪਣੇ ਆਪ ਹੀ ਹੋਂਦ 'ਚ ਆ ਗਿਆ ਹੋਣਾ। ਕਿਵੇਂ, ਪਰ ਕਿਵੇਂ? ਕੁਦਰਤ ਦੇ ਆਖੇ ਕੁਝ ਨੇਮ ਨੇ ਉਹਨਾਂ ਅਨੁਸਾਰ, ਪਰ ਕੁਦਰਤ ਦੇ ਨੇਮ ਤੇ ਕੁਦਰਤ ਇਹਨਾਂ ਨੇਮਾਂ ਅਨੁਸਾਰ ਕਿਹਨੇ ਬਣਾ ਦਿੱਤੇ ਨੇ? ਅਸੀਂ ਆਪਣੇ ਆਪ ਨੂੰ ਰੱਬ ਤੋਂ ਵੀ ਉੱਤੋਂ ਦੀ ਸਮਝਣ ਵਾਲੇ ਕੀ ਰੱਬ ਬਾਰੇ, ਕੁਦਰਤ ਬਾਰੇ, ਆਪਣੇ ਬਾਰੇ ਸਭ ਕੁਝ ਜਾਣ ਗਏ ਹਾਂ? ਨਹੀਂ, ਇੰਨੀ ਗੱਲ ਵੀ ਮੈਨੂੰ ਹੁਣ ਸਮਝ ਲੱਗੀ ਹੈ ਕਿ ਮਰ ਕੇ ਅਸੀਂ ਮਰ ਨਹੀਂ ਜਾਂਦੇ। ਪਰ ਅਲਕਾ ਇਹ ਗੱਲ ਨਹੀਂ ਸਮਝਦੀ। ਉਹ ਸਮਝਦੀ ਹੈ ਕਿ ਮੈਂ ਮਰ ਗਿਆ। ਇਸੇ ਲਈ ਤਾਂ ਪ੍ਰਿੰਸੀਪਲ ਨਾਲ ਇੰਨਾ ਚਿਰ ਬੈਠੀ ਗੱਲਾਂ ਕਰਦੀ ਰਹਿੰਦੀ ਹੈ। ਪ੍ਰਿੰਸੀਪਲ ਉਹਨੂੰ ਆਨੀ ਬਹਾਨੀ ਸੋਹਣੀ ਆਖਦਾ, ਸਿਆਣੀ ਆਖਦਾ। ਬੇਵਕੂਫ ਔਰਤ ਨੂੰ ਇਹ ਨਹੀਂ ਪਤਾ ਕਿ ਉਹਨੂੰ ਸੋਹਣੀ ਤੇ ਸਿਆਣੀ ਕਿਉਂ ਆਖਦਾ। ਕੀ ਉਹ ਸ਼ੀਸ਼ਾ ਨਹੀਂ ਵੇਖਦੀ
ਕਿ ਉਹਨੂੰ ਨਹੀਂ ਪਤਾ ਕਿ ਉਹ ਸੋਹਣੀ ਹੈ। ਅਤੇ ਫਿਰ ਪ੍ਰਿੰਸੀਪਲ ਤੋਂ ਇਹ ਸੁਣਨਾ ਕਿ ਉਹ ਸੋਹਣੀ ਹੈ ਉਹਨੂੰ ਚੰਗਾ ਕਿਉਂ ਲੱਗਦਾ? ਅਤੇ ਉਹ ਸਮਝਦੀ ਹੈ ਪ੍ਰਿੰਸੀਪਲ ਜੋ ਆਖਦਾ ਉਹ ਸੱਚਮੁੱਚ ਹੀ ਸਿਆਣੀ ਵੀ ਹੈ। ਕਲੈਵਰ ਹੋਣਾ ਸਿਆਣੇ ਹੋਣਾ ਨਹੀਂ ਹੁੰਦਾ। ਮੈਂ ਜਾਣਦਾ ਇਹ ਬੰਦਾ ਚੰਗਾ ਨਹੀਂ। ਛੇਤੀ ਕੀਤਿਆਂ ਕੋਈ ਵੀ ਔਰਤ ਆਪਣੇ ਬੰਦੇ ਨੂੰ ਛੱਡਦੀ ਨਹੀਂ ਹੁੰਦੀ, ਅਤੇ ਜੇ ਇਹਦੀ ਔਰਤ ਇਹਨੂੰ ਛੱਡ ਕੇ ਗਈ ਹੈ ਤਾਂ ਜ਼ਰੂਰ ਇਸ ਬੰਦੇ 'ਚ ਕੁਛ ਨਾ ਕੁਛ ਗਲਤ ਹੋਏਗਾ। ਉਂਝ ਵੀ ਕਿਸੇ ਵੀ ਔਰਤ ਨੂੰ ਆਪਣੇ ਮਗਰ ਲਾ ਲੈਣਾ ਹਰ ਬੰਦੇ ਲਈ ਇੱਕ ਪ੍ਰਾਪਤੀ ਹੁੰਦੀ ਹੈ, ਜਿਵੇਂ ਉਹਦੇ ਜਵਾਨ ਹੋਣ ਦਾ, ਕਿਸੇ ਦਾ ਦਿਲ ਜਿੱਤ ਸਕਣ ਦਾ ਇਹ ਕੋਈ ਸਰਟੀਫਿਕੇਟ ਹੋਵੇ। ਔਰਤਾਂ ਇਸ ਗੱਲ ਨੂੰ ਨਹੀਂ ਸਮਝਦੀਆਂ। ਉਹਨਾਂ ਨੂੰ ਉਲਟ ਲੱਗਦਾ ਹੈ ਕਿ ਜੇ ਕੋਈ ਉਹਨਾਂ ਨੂੰ ਐਡਮਾਇਰ ਕਰ ਰਿਹਾ ਤਾਂ ਉਹ ਸੱਚਮੁੱਚ ਹੀ ਐਡਮਾਇਰ ਕਰਨ ਦੇ ਯੋਗ ਹੋਣਗੀਆਂ। ਪਰ ਇਸ 'ਚੋਂ ਨਿਕਲਦਾ ਕੀ ਹੈ? ਜਿੰਨਾ ਚਿਰ ਆਦਮੀ ਔਰਤ ਤੱਕ ਪਹੁੰਚ ਨਹੀਂ ਜਾਂਦਾ ਉਹ ਪਿੱਛੇ ਲੱਗਿਆ ਰਹੂ। ਜਦੋਂ ਪਹੁੰਚ ਗਿਆ ਤਾਂ ਪਿਛਾਂਹ ਮੁੜ ਪੈਂਦਾ ਕਿ ਬਸ ਇੰਨੀ ਕੀ ਗੱਲ ਸੀ। ਪਰ ਔਰਤ ਨੂੰ ਜਦੋਂ ਤੱਕ ਇਹ ਗੱਲ ਸਮਝ ਆਉਂਦੀ ਹੈ ਉਹਦੇ ਪਿਛਾਂਹ ਮੁੜਨ ਦੇ ਸਭ ਰਾਹ ਗੁਆਚ ਚੁੱਕੇ ਹੁੰਦੇ ਨੇ। ਨਹੀਂ, ਮੈਂ ਅਲਕਾ ਤੋਂ ਖਿਝ ਕੇ ਨਹੀਂ ਇਹ ਗੱਲਾਂ ਕਰ ਰਿਹਾ। ਮੈਂ ਤਾਂ ਅਲਕਾ ਨੂੰ ਆਪ ਆਖ ਦਿੰਦਾ ਹੁੰਦਾ ਸੀ ਕਿ ਜੇ ਮੈਨੂੰ ਕੁਛ ਹੋ ਗਿਆ ਤੂੰ ਹੋਰ ਵਿਆਹ ਕਰਵਾ ਲਈ, ਕੋਈ ਤੇਰਾ ਧਿਆਨ ਰੱਖਣ ਵਾਲਾ ਜ਼ਰੂਰ ਚਾਹੀਦਾ ਹੈ। ਉਦੋਂ ਆਖਦੀ ਹੁੰਦੀ ਸੀ, ਨਹੀਂ ਮੇਰੀ ਤਾਂ ਉਮਰ ਬਹੁਤ ਛੋਟੀ ਲਿਖੀ ਹੈ, ਮੈਂ ਤਾਂ ਤੁਹਾਡੇ ਨਾਲੋਂ ਪਹਿਲਾਂ ਮਰਾਂਗੀ। ਸ਼ਾਇਦ ਉਹ ਠੀਕ ਹੀ ਆਖਦੀ ਸੀ। ਜੇ ਮੈਂ ਨਾ ਮਰਦਾ ਤਾਂ, ਪਰ ਮੈਂ ਮਰਿਆ ਕਿੱਥੇ ਹਾਂ? ਸਿਰਫ ਮੇਰੀ ਦੇਹ ਮਰੀ ਹੈ। ਜਿਵੇਂ ਅਸੀਂ ਕੱਪੜੇ ਬਦਲ ਲੈਂਦੇ ਹਾਂ, ਹੁਣ ਮੈਂ ਹੱਡ ਮਾਸ ਤਾਂ ਨਹੀਂ, ਧੁੰਦ, ਧੂਏਂ ਅਤੇ ਹਵਾ ਦਾ ਹੀ ਬਣਿਆ ਹੋਇਆ। ਸਾਡੇ ਗ੍ਰੰਥ ਇਹਨੂੰ ਸੂਖਮ ਕਾਇਆ ਆਖਦੇ ਨੇ, ਜੋ ਕਿਸੇ ਨੂੰ ਦਿਸਦੀ ਨਹੀਂ ਪਰ ਹੁੰਦੀ ਹੈ। ਸੱਚ ਜਾਣਿਓ, ਇਹ ਬੜੀ ਔਖੀ ਸਥਿਤੀ ਹੁੰਦੀ ਹੈ। ਸਭ ਕੁਝ ਜਰ ਰਹੇ ਹੁੰਦੇ ਹੋ ਪਰ ਕਰ ਕੁਝ ਨਹੀਂ ਸਕਦੇ। ਕਾਸ਼ ਮੈਨੂੰ ਇੱਕ ਵਾਰੀ, ਸਿਰਫ ਇੱਕ ਵਾਰੀ ਮੁੜ ਕੇ ਮੇਰੀ ਦੇਹ ਮਿਲ ਜਾਏ, ਮੇਰੇ ਹੱਥ ਪੈਰ ਸਾਬਤ ਹੋ ਜਾਣ, ਮੈਂ ਪਹਿਲਾਂ ਵਰਗਾ ਬਣ ਜਾਵਾਂ। ਇਹ ਪਰਮਾਤਮਾ, ਇਹ ਤੋਂ ਵੱਡੀ ਸਜ਼ਾ ਹੋਰ ਕੀ ਹੋਏਗੀ? ਜਦੋਂ ਮੈਂ ਜਿਉਂਦਾ ਸੀ ਮੈਨੂੰ ਫੁੱਲਾਂ ਬੂਟਿਆਂ ਦਾ ਬੜਾ ਸ਼ੌਕ ਸੀ। ਮੇਰਾ ਬੰਗਲਾ ਵੇਲਾਂ, ਪੌਦਿਆਂ, ਫਲਾਂ, ਫੁੱਲਾਂ ਨਾਲ ਭਰਿਆ ਰਹਿੰਦਾ ਸੀ। ਮੈਂ ਉਹਨਾਂ ਸਭਨਾਂ ਦੀ ਬੋਲੀ ਸਮਝਦਾ ਸੀ। ਮੈਂ ਉਹਨਾਂ ਨਾਲ ਕਮਿਊਨੀਕੇਟ ਕਰ ਸਕਦਾ ਸੀ। ਮੈਨੂੰ ਪਤਾ ਹੁੰਦਾ ਸੀ ਕਦੋਂ ਕਿੰਨੇ ਫੁੱਲ ਖਿੜਨਗੇ। ਤੁਸੀਂ ਹੈਰਾਨ ਹੋਗੇ, ਮੇਰੇ ਘਰ ਗਮਲੇ 'ਚ 1.5 ਫੁੱਟ ਉੱਚੇ ਅਨਾਰਾਂ ਦੇ ਬੂਟੇ ਨੂੰ 8 ਅਨਾਰ ਲੱਗੇ ਹੋਏ ਸਨ। ਦੇਖਣ ਵਾਲੇ ਹੈਰਾਨ ਰਹਿ ਜਾਂਦੇ। ਗੱਲ ਇਹ ਸੀ ਕਿ ਮੈਂ ਆਪ ਉਸ ਬੂਟੇ ਨੂੰ ਬੀਜਿਆ ਸੀ, ਪਾਲਿਆ ਸੀ, ਆਖਿਆ ਸੀ ਇਹਨੂੰ ਅਨਾਰ ਲੱਗਣੇ ਚਾਹੀਦੇ ਨੇ। ਬੂਟੇ ਨੇ ਮੇਰਾ ਆਖਾ ਮੰਨ ਲਿਆ ਸੀ। ਇਸੇ ਤਰ੍ਹਾਂ ਮੇਰੀ ਵੱਡੀ ਭੈਣ ਕੁਲਦੀਪ ਦੇ ਸੁਭਾਅ 'ਚ ਵੀ ਕੁਝ ਹੈ। ਉਹਦੇ ਘਰ ਧੁੱਪ ਲੋੜ ਨਾਲੋਂ ਵੱਧ ਰਹਿੰਦੀ ਸੀ। ਉਹਨੇ ਨਿੱਕਾ ਜਿਹਾ ਬੋਹੜ ਦਾ ਬੂਟਾ ਵਿਹੜੇ 'ਚ ਬੀਜ ਦਿੱਤਾ ਅਤੇ ਉਸ ਬੂਟੇ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਕਿ ਧੁੱਪ ਭੈਣ ਨੂੰ ਤੰਗ ਕਰਦੀ ਹੈ। ਉਹ 2-3 ਸਾਲਾਂ 'ਚ ਪੂਰਾ ਬੋਹੜ ਬਣ ਗਿਆ। ਧੁੱਪ ਨੂੰ ਜਿਵੇਂ ਉਹਨੇ ਘੂਰ ਕੇ ਪਿਛਾਂਹ ਮੋੜ ਦਿੱਤਾ ਹੋਵੇ। ਅਤੇ ਭੈਣ ਨੂੰ ਇਸ ਗੱਲ ਦਾ ਭਾਵੇਂ ਪਤਾ ਨਹੀਂ, ਉਹਦੇ ਘਰ ਦੇ ਬੂਟੇ ਉਹਦੇ ਦੁੱਖ ਸੁੱਖ ਨੂੰ ਬਹੁਤ ਮਹਿਸੂਸ ਕਰਦੇ ਨੇ। ਅਤੇ ਜਦੋਂ ਦਾ ਮੈਂ ਮਰਿਆ ਉਹ ਬਹੁਤ ਰੋਂਦੀ ਰਹਿੰਦੀ ਹੈ। ਕਿੰਨੇ ਹੀ ਬੂਟੇ ਸੁੱਕ ਗਏ ਨੇ, ਪਰ ਜਦੋਂ ਕਦੀ ਉਹਨੂੰ ਪਾਣੀ ਦੇਣਾ ਯਾਦ ਆ ਜਾਂਦਾ ਉਹ ਆਪੇ ਹਰੇ ਹੋ ਜਾਂਦੇ ਨੇ, ਜਿਵੇਂ ਭੈਣ ਨਾਲ ਨਾਰਾਜ਼ ਨਾ ਹੋਣਾ ਚਾਹੁੰਦੇ ਹੋਣ। ਅਰਵਿੰਦ ਨੂੰ ਫੁੱਲ ਬਹੁਤ ਪਿਆਰੇ ਲੱਗਦੇ ਨੇ। ਉਹ ਵੀ ਜਿਵੇਂ ਇਸੇ ਜਨਮ 'ਚ ਹੁਣੇ ਫੁੱਲਾਂ ਦੀ ਜੂਨ 'ਚ ਆਇਆ ਹੋਵੇ। ਫੁੱਲਾਂ ਵਰਗਾ ਸੋਹਣਾ, ਫੁੱਲਾਂ ਵਰਗਾ ਡੈਲੀਕੇਟ, ਫੁੱਲਾਂ ਵਰਗਾ ਜੀਅ ਵਾਲਾ। ਮੇਰੇ ਮਗਰੋਂ ਸਾਰੇ ਬੂਟਿਆਂ ਦਾ ਖਿਆਲ ਰੱਖਦਾ ਸੀ। ਉਹੀ ਉਹਨਾਂ ਨਾਲ ਗੱਲਾਂ ਕਰਦਾ ਸੀ। ਅਤੇ ਜਦੋਂ ਬੰਗਲਾ ਛੱਡਣ ਵੇਲੇ ਅਰਵਿੰਦ ਬਿਮਾਰ ਹੋ ਗਿਆ ਸੀ, ਉਹਦਾ ਕਾਰਨ ਇਹ ਸੀ ਕਿ ਉਹ ਉੱਧਰ ਗਿਆ ਸੀ। ਮਗਰੋਂ ਸਭ ਤੋਂ ਚੋਰੀਓਂ ਵੇਲੇ ਕੁ ਵੇਲੇ ਬੰਗਲੇ ਦੇ ਉਹਨਾਂ ਫੁੱਲ ਬੂਟਿਆਂ ਨੂੰ ਮਿਲਣ ਆਉਂਦਾ ਸੀ। ਅੱਜ ਕੱਲ੍ਹ ਉਹ ਬਹੁਤ ਉਦਾਸ ਰਹਿੰਦਾ। ਉਹਨੂੰ ਮੈਂ ਬੜਾ ਯਾਦ ਆਉਣਾ, ਪਰ ਉਹ ਅਲਕਾ ਦੇ ਸਾਹਮਣੇ ਰੋਣਾ ਨਹੀਂ ਚਾਹੁੰਦਾ। ਅਲਕਾ ਇੱਕ ਦਿਨ ਜਦੋਂ ਘਰ ਨਹੀਂ ਸੀ ਤਾਂ ਮੇਰੀ ਤਸਵੀਰ ਅੱਗੇ ਖੜਾ ਆਖ ਰਿਹਾ ਸੀ, ਡੈਡੀ ਮੈਂ ਮੁੜ ਕੇ ਛੋਟਾ ਬੱਚਾ ਬਣਨਾ ਚਾਹੁੰਦਾ। ਉਹ ਬੱਚਾ ਜਿਹਨੂੰ ਤੁਸੀਂ ਉਂਗਲੀ ਫੜ ਕੇ ਕਲੱਬ ਲੈ ਕੇ ਜਾਂਦੇ ਸੀ, ਜਿਹਨੂੰ ਮੋਟਰਸਾਈਕਲ ਦੇ ਅੱਗੇ ਬਿਠਾਉਂਦੇ ਸੀ, ਜਿਹਨੂੰ ਨਾਲ ਵੀ ਸੁਲਾ ਲੈਂਦੇ ਸੀ। ਉਸ ਵੇਲੇ ਮੈਂ ਉਹਦੇ ਕੋਲ ਹੀ ਖੜਾ ਸੀ, ਪਰ ਕਿਵੇਂ ਦੱਸਦਾ? ਉਹਦੀਆਂ ਅੱਖਾਂ ਭਰ ਆਈਆਂ ਸਨ, ਪਰ ਮੈਂ ਉਹਨੂੰ ਬੁੱਕਲ 'ਚ ਲੈ ਕੇ ਚੁੱਪ ਨਹੀਂ ਸੀ ਕਰਵਾ ਸਕਦਾ। ਮੈਂ ਤਾਂ ਮਰ ਚੁੱਕਿਆ ਸੀ। ਜਦੋਂ ਮੈਂ ਜਿਉਂਦਾ ਸੀ ਤਾਂ ਬਹੁਤੀ ਵਾਰੀ ਮੈਂ ਇਸੇ ਲਈ ਬਹੁਤ ਸ਼ਰਾਬ ਪੀਂਦਾ ਸੀ, ਕਿਉਂਕਿ ਨਹੀਂ ਤਾਂ ਮੈਨੂੰ ਸਾਰੀ ਰਾਤ ਅਜੀਬ ਸੁਪਨੇ ਆਉਂਦੇ ਰਹਿੰਦੇ ਸੀ। ਸੁਪਨਿਆਂ 'ਚ ਸਾਰੀ ਰਾਤ ਮੈਂ ਸਾਹੋ ਸਾਹ ਹੋਇਆ ਭੱਜਦਾ ਰਹਿੰਦਾ ਸੀ, ਅਤੇ ਕਦੇ ਕੋਈ ਮੈਨੂੰ ਮਾਰਨ ਲਈ ਮੇਰੇ ਮਗਰ ਪਿਆ ਹੁੰਦਾ, ਕਦੇ ਮੈਂ ਕਿਸੇ ਨੂੰ ਮਾਰਨ ਜਾ ਰਿਹਾ ਹੁੰਦਾ। ਸੁਪਨਿਆਂ 'ਚ ਪਤਾ ਨਹੀਂ ਕਿਉਂ ਹਮੇਸ਼ਾ ਮੈਂ ਡਰ ਜਾਂਦਾ ਸੀ। ਸ਼ਾਇਦ ਫੌਜ ਦੀ ਨੌਕਰੀ ਕਾਰਨ ਜਿਹੜੇ ਵਾਰ ਦੇ ਐਕਸਪੀਰੀਅੰਸ ਹੋਏ ਉਹ ਡੂੰਘੇ ਮਨ 'ਚ ਲੈ ਗਏ ਸਨ। ਉੱਪਰੋਂ ਭਾਵੇਂ ਅਸੀਂ ਫੌਜੀ ਕੁਝ ਨਾ ਆਖੀਏ ਅਤੇ ਵਹੁਟੀਆਂ ਨੂੰ ਇਹੀ ਆਖ ਕੇ ਦਿਲਾਸੇ ਦਿੰਦੇ ਰਹੀਏ ਕਿ ਜਿਹਨੇ ਮਰਨਾ ਹੁੰਦਾ ਇੱਥੇ ਘਰ ਬੈਠਾ ਕਿਹੜਾ ਨਹੀਂ ਮਰ ਜਾਂਦਾ। ਨਾਲੇ ਜਿਸ ਗੋਲੀ ਉੱਤੇ ਤੁਹਾਡਾ ਨਾਂ ਲਿਖਿਆ ਹੁੰਦਾ ਸਿਰਫ ਉਹੀ ਆ ਕੇ ਤੁਹਾਨੂੰ ਵੱਜਦੀ ਹੈ। ਉਂਝ ਭਾਵੇਂ ਗੋਲੀਆਂ ਦਾ ਮੀਂਹ ਵਰਦਾ ਰਹੇ, ਪਰ ਅਸਲ 'ਚ ਇਹ ਸੱਚ ਨਹੀਂ। ਅਸੀਂ ਫੌਜੀ ਲੋਕ ਮੌਤ ਨੂੰ ਚਿਤਵਦੇ, ਆਪਣੇ ਟੱਬਰਾਂ ਟੀਰਾਂ ਲਈ ਬੜੇ ਚਿੰਤਤ ਰਹਿੰਦੇ ਹਾਂ। ਇਸੇ ਲਈ ਤਾਂ ਐਡੇ ਵੱਡੇ ਬੀਮੇ ਕਰਵਾਉਂਦੇ ਹਾਂ, ਆਪਣੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਸੈਟਲ ਕਰਨਾ ਚਾਹੁੰਦੇ ਹਾਂ ਅਤੇ ਆਪਣੇ ਪਰਿਵਾਰਾਂ ਨਾਲ ਐਡੇ ਅਟੈਚਡ ਹੁੰਦੇ ਹਾਂ। ਇਸੇ ਕਾਰਨ ਮੈਂ ਅੰਗਦ ਅਤੇ ਅਰਵਿੰਦ ਬਾਰੇ ਇੰਨਾ ਭਾਵੁਕ ਰਿਹਾ।
ਕੋਸ਼ਿਸ਼ ਕੀਤੀ ਹੈ ਮੇਰੇ ਜਿਉਂਦਿਆਂ ਉਹਨਾਂ ਨੂੰ ਕਿਸੇ ਵੀ ਗੱਲੋਂ ਥੁੜਨਾ ਨਾ ਪਵੇ। ਮੈਂ ਉਹਨਾਂ ਨੂੰ ਸਸਤੇ ਸੈਂਟਰਲ ਸਕੂਲਾਂ 'ਚ ਨਹੀਂ ਪੜ੍ਹਾਇਆ, ਸਗੋਂ ਕੌਨਵੈਂਟ ਵਿੱਚ ਸਾਰੀ ਐਜੂਕੇਸ਼ਨ ਦਿੱਤੀ ਤਾਂ ਜੋ ਅੰਗਰੇਜ਼ੀ ਵਧੀਆ ਬੋਲ ਸਕਣ। 100 ਰੁਪਇਆ ਮਹੀਨਾ ਮੈਂ ਦੋਵਾਂ ਨੂੰ ਸਿਰਫ ਕਿਤਾਬਾਂ ਖਰੀਦਣ ਲਈ ਦਿੰਦਾ ਸੀ ਤਾਂ ਜੋ ਉਹਨਾਂ ਦਾ ਪੜ੍ਹਨ ਦਾ ਸ਼ੌਕ ਬਣ ਜਾਏ। ਕੱਦ ਦੇਖੇ ਨੇ ਤੁਸੀਂ ਮੇਰੇ ਬੇਟਿਆਂ ਦੇ? ਸਿਹਤ ਦੇਖੀ ਹੈ? ਮੈਂ ਉਹਨਾਂ ਦੇ ਖਾਣ ਪੀਣ ਉੱਪਰ ਕਦੇ ਸਰਫਾ ਨਹੀਂ ਸੀ ਕੀਤਾ। ਮੈਂ 6-6 ਕਿਲੋ 7-7 ਕਿਲੋ ਦੁੱਧ ਲੈਂਦਾ ਸੀ ਅਤੇ ਉਹਨਾਂ ਨੂੰ ਦੁੱਧ, ਦਹੀਂ, ਪਨੀਰ ਹਰ ਖਾਣੇ ਨਾਲ ਮਿਲਦਾ ਸੀ। ਸਾਰੀ ਕੈਂਟੋਨਮੈਂਟ ਵਿੱਚ ਐਡੇ ਸੋਹਣੇ ਬੱਚੇ ਕਿਸੇ ਦੇ ਨਹੀਂ ਸੀ। ਇਸੇ ਲਈ ਤਾਂ ਬੇਜੀ ਆਖਦੇ ਹੁੰਦੇ ਸੀ, ਇਹਨਾਂ ਦੇ ਕਾਲੇ ਟਿੱਕੇ ਲਾ ਕੇ ਰੱਖਿਆ ਕਰੋ, ਨਜ਼ਰ ਤਾਂ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ। ਮੈਂ ਅੰਗਦ ਨੂੰ 10ਵੀਂ ਵਿੱਚ ਹੀ ਕੰਪਿਊਟਰ ਲੈ ਦਿੱਤਾ ਸੀ। ਐਨਸਾਈਕਲੋਪੀਡੀਆ ਆਫ ਸਾਇੰਸ 20 ਵੋਲੀਅਮਸ ਆ ਵੱਡੀ ਭੈਣ ਕੁਲਦੀਪ ਨੇ ਅੰਗਦ ਦੇ ਜਨਮ ਦਿਨ 'ਤੇ ਗਿਫਟ ਦੇ ਦਿੱਤਾ ਸੀ। ਅਰਵਿੰਦ ਨੂੰ 10ਵੀਂ ਵੇਲੇ ਸਕੂਟਰ ਲੈ ਦਿੱਤਾ ਸੀ। ਬੱਚਿਆਂ ਤੋਂ ਵੱਧ ਤੁਹਾਨੂੰ ਕਿਹੜੀ ਚੀਜ਼ ਚੰਗੀ ਹੁੰਦੀ ਹੈ? ਬੱਚੇ ਮੇਰੇ ਲਾਇਕ ਵੀ ਇੰਨੇ ਸਨ ਕਿ ਉਹਨਾਂ ਦੀਆਂ ਲਿਖੀਆਂ ਚੀਜ਼ਾਂ ਉਹਨਾਂ ਦੀ ਕੌਨਵੈਂਟ ਦੇ ਪ੍ਰਿੰਸੀਪਲ ਟੀਚਰਾਂ ਨੂੰ ਪੜ੍ਹ ਕੇ ਸੁਣਾਉਂਦੀ ਹੁੰਦੀ ਸੀ। ਅਲਕਾ ਨੂੰ ਵੀ ਮੈਂ ਆਖ ਰੱਖਿਆ ਸੀ ਕਿ ਤੂੰ ਮੇਰੇ ਬੱਚਿਆਂ ਦਾ ਜਿੰਨਾ ਖਿਆਲ ਰੱਖੇਂਗੀ ਓਨਾ ਹੀ ਮੈਂ ਤੇਰਾ ਰੱਖਾਂਗਾ। ਪਰ ਹੁਣ ਮੈਂ ਬਹੁਤ ਪਰੇਸ਼ਾਨ ਹਾਂ। ਮੇਰੇ ਮਰਨ ਤੋਂ ਮਗਰੋਂ ਅੰਗਦ ਤੇ ਅਰਵਿੰਦ ਬਹੁਤ ਡੋਲ ਗਏ ਨੇ। ਅੰਗਦ ਨੇ ਹੋਸਟਲ 'ਚ ਰਹਿੰਦੇ ਨੇ ਜੂਸ ਪੀਣਾ ਬੰਦ ਕਰ ਦਿੱਤਾ ਹੈ। ਆਪਣੇ ਪ੍ਰੋਜੈਕਟ ਦੇ ਕੰਮ ਉੱਪਰ ਵੀ ਉਹ ਮੋਟਰਸਾਈਕਲ ਦੀ ਥਾਂ ਬੱਸ 'ਤੇ ਜਾਣ ਲੱਗ ਪਿਆ। ਖਰਚ ਭੇਜਣ ਲੱਗੀ ਅਲਕਾ ਕਿੰਨੇ ਦਿਨ ਲੇਟ ਕਰ ਦਿੰਦੀ ਹੈ। ਉਹਨੇ ਦਿਨ ਉਹ ਵਾਰਡਨ ਤੋਂ ਉਤਰਦਾ ਰਹਿੰਦਾ ਹੈ। ਉਹਨੇ ਆਪਣੀ ਕੀਮਤੀ ਘੜੀ ਇੱਕ ਲੜਕੇ ਨੂੰ ਵੇਚ ਦਿੱਤੀ ਹੈ। ਆਪ ਸਸਤੀ ਜੀ ਲੈ ਲਈ ਹੈ। ਉਹਨੂੰ ਇੱਕ ਕਿਤਾਬ ਖਰੀਦਣ ਲਈ ਪੈਸੇ ਚਾਹੀਦੇ ਸਨ। ਉਹਨੇ ਅਲਕਾ ਨੂੰ ਨਹੀਂ ਲਿਖਿਆ ਪੈਸਿਆਂ ਲਈ। ਕਈ ਵਾਰ ਉਹ ਸੋਚਦਾ ਪੜ੍ਹਾਈ ਖਤਮ ਕਰਕੇ ਇੱਥੇ ਹੀ ਨੌਕਰੀ ਕਰ ਲਵਾਂ। ਬਾਹਰਲੇ ਮੁਲਕ ਕਿਵੇਂ ਜਾਵਾਂਗਾ? ਸਾਰਾ ਪ੍ਰਬੰਧ ਕਿਵੇਂ ਕਰਾਂਗਾ? ਹੁਣ ਕਿਹੜਾ ਡੈਡੀ ਨੇ ਬਈ ਆਪੇ ਸਭ ਕੁਝ ਕਰ ਦੇਣਗੇ। ਪਰ ਉਹ ਇਹ ਨਹੀਂ ਸਮਝਦਾ ਕਿ ਹਿੰਦੁਸਤਾਨ 'ਚ ਨੌਕਰੀਆਂ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ। ਇੱਥੇ ਤੁਹਾਡੀਆਂ ਡਿਗਰੀਆਂ ਨੂੰ ਜਾਂ ਲਿਆਕਤ ਨੂੰ ਕੋਈ ਨਹੀਂ ਪੁੱਛਦਾ। ਬਹੁਤ ਥਾਵਾਂ ਉੱਪਰ ਤਾਂ ਨੌਕਰੀਆਂ ਵਿਕਣ ਲੱਗ ਪਈਆਂ ਨੇ। 2-2, 3-3 ਲੱਖ ਤੋਂ ਲੈ ਕੇ 12-12, 14-14 ਲੱਖ ਦੇਣਾ ਪੈਂਦਾ ਨੌਕਰੀ ਲੈਣ ਲਈ। ਇੱਕ ਵਾਰੀ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਦੇ ਬੇਟੇ ਨੂੰ ਉਹਦਾ ਦੋਸਤ ਆਖਣ ਲੱਗਿਆ ਕਿ ਆਪਣੇ ਪਾਪਾ ਕੋਲ ਮੇਰੀ ਸਿਫਾਰਿਸ਼ ਕਰ ਦੇ ਨੌਕਰੀ ਲਈ, ਤਾਂ ਅੱਗੋਂ ਚੇਅਰਮੈਨ ਦੇ ਬੇਟੇ ਨੇ ਜਵਾਬ ਦਿੱਤਾ ਕਿ ਜਦੋਂ ਮੇਰੇ ਪਾਪਾ ਨੇ ਆਪ ਇਹ ਨੌਕਰੀ 50 ਲੱਖ ਰੁਪਈਆ ਦੇ ਕੇ ਲਈ ਹੈ, ਉਹ ਤੈਨੂੰ ਨੌਕਰੀ ਮੁਫਤ 'ਚ ਕਿਵੇਂ ਦੇ ਦੇਵੇ? ਇਹ ਸੱਚੀ ਗੱਲ ਹੈ। ਜਾਂ ਫਿਰ ਨੌਕਰੀਆਂ ਸਿਫਾਰਸ਼ਾਂ ਨਾਲ ਮਿਲਦੀਆਂ ਨੇ। ਸਿਫਾਰਸ਼ਾਂ ਵੀ ਲੋਕ ਆਪਣੇ ਹੀ ਲੋਕਾਂ ਦੀਆਂ ਕਰਦੇ ਨੇ। ਅਤੇ ਜਾਂ ਫਿਰ ਤੁਸੀਂ ਸ਼ੈਡਿਊਲ ਕਾਸਟ ਹੋਵੋ ਤਾਂ ਤੁਹਾਡੀ ਵਾਰੀ ਆ ਸਕਦੀ ਹੈ। ਮੈਂ ਨਹੀਂ ਚਾਹੁੰਦਾ ਕਿ ਅੰਗਦ ਤੇ ਉਹ ਨੌਕਰੀ ਲਈ ਮਾਰਿਆ ਫਿਰੇ। ਬਾਹਰਲੇ ਮੁਲਕਾਂ 'ਚ ਕਹਿੰਦੇ ਨੇ ਅਜੇ ਵੀ ਮੈਰਿਟ ਦੀ ਕਦਰ ਹੈ। ਪਰ ਹੁਣ ਕੌਣ ਉਹਦੀ ਮਦਦ ਕਰੇਗਾ? ਲੰਡਨ ਵਾਲੀ ਭੈਣ ਦਾ ਪਰਿਵਾਰ ਕਰ ਸਕਦਾ ਹੈ, ਪਰ ਬਾਹਰ ਜੰਮੇ ਪਲੇ ਲੋਕਾਂ ਲਈ ਤਾਂ ਰਿਸ਼ਤੇਦਾਰੀਆਂ ਦੇ ਕੋਈ ਮਾਇਨੇ ਹੀ ਨਹੀਂ ਹੁੰਦੇ। ਹਾਂ, ਵੱਡੀ ਭੈਣ ਕੁਲਦੀਪ ਨੇ ਜ਼ਰੂਰ ਅੰਗਦ ਨੂੰ ਲਿਖਿਆ ਕਿ ਜਿੰਨਾ ਚਿਰ ਮੈਂ ਜਿਉਂਦੀ ਹਾਂ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ, ਤੂੰ ਬਾਹਰ ਜਾਣ ਦੀ ਤਿਆਰੀ ਕਰ ਲੈ, ਸਭ ਪ੍ਰਬੰਧ ਹੋ ਜਾਏਗਾ। ਪਰ ਕਿੱਥੋਂ ਕਰੂਗੀ ਉਹ ਸਭ ਪ੍ਰਬੰਧ? ਹੇ ਪਰਮਾਤਮਾ, ਤੂੰ ਆਪ ਅੰਗਦ ਦੀ ਮਦਦ ਕਰਨੀ, ਨਹੀਂ ਤਾਂ ਉਹ ਬਹੁਤ ਪਰੇਸ਼ਾਨ ਹੋ ਜਾਊਗਾ। ਕਾਸ਼ ਉਦੋਂ ਮਰਨ ਦਾ ਫੈਸਲਾ ਕਰਨ ਦੀ ਘੜੀ ਮੈਨੂੰ ਇਹ ਖਿਆਲ ਆ ਜਾਂਦਾ ਕਿ ਹੋਰ ਨਾ ਸਹੀ ਮੇਰੇ ਬੱਚਿਆਂ ਨੂੰ ਤਾਂ ਮੇਰੀ ਬਹੁਤ ਲੋੜ ਹੈ। ਮੈਂ ਕਿੰਨਾ ਨਿਰਦਈ ਸਾਬਤ ਹੋਇਆ ਉਹਨਾਂ ਲਈ। ਇਹ ਤੋਂ ਚੰਗੇ ਭੈਣ ਜੀ ਜ਼ਮੀਨ ਵੇਚ ਦੇਣ, ਅੰਗਦ ਤੇ ਅਰਵਿੰਦ ਲਈ ਜੋ ਵੀ ਲੋੜ ਹੋਵੇ ਕਰਨ। ਪਰ ਮੇਰੇ ਬਿਨਾਂ ਹੋ ਸਕਦਾ ਉਹ ਲੋਕ ਜ਼ਮੀਨ ਦਾ ਕਬਜ਼ਾ ਹੀ ਨਾ ਛੱਡਣ ਜਿਨ੍ਹਾਂ ਕੋਲ ਇੰਨੇ ਵਰਿਆਂ ਤੋਂ ਠੇਕੇ 'ਤੇ ਹੈ। ਬੰਦੇ ਤਾਂ ਉਹ ਚੰਗੇ ਨੇ, ਪਰ ਬੁੱਧੀ ਭ੍ਰਿਸ਼ਟ ਹੁੰਦੀ ਨੂੰ ਕੀ ਚਿਰ ਲੱਗਦਾ। ਪਰ ਜ਼ਮੀਨ ਵੇਚ ਕੇ ਤਾਂ ਉਸ ਪਿੰਡ ਨਾਲ ਸਾਡਾ ਰਿਸ਼ਤਾ ਹੀ ਮੁੱਕ ਜਾਊਗਾ, ਜਿਸ ਪਿੰਡ 'ਚ ਸਾਡੀਆਂ ਜੜ੍ਹਾਂ ਨੇ, ਜਿਸ ਪਿੰਡ ਦੀਆਂ ਮੜੀਆਂ 'ਚ ਸਾਡੇ ਬਜ਼ੁਰਗ ਸੁੱਤੇ ਹੋਏ ਨੇ ਬਾਪੂ ਜੀ ਸਮੇਤ, ਜਿੱਥੇ ਮੇਰੀ ਮ੍ਰਿਤਕ ਦੇਹ ਵੀ ਲਿਜਾਈ ਗਈ ਸੀ। ਅਤੇ ਜ਼ਮੀਨ ਤਾਂ ਇੱਕ ਧਰੋਹਰ ਹੈ ਜਿਹੜੀ ਪੁਸ਼ਤ ਦਰ ਪੁਸ਼ਤ ਅਸੀਂ ਅੱਗੇ ਦੇ ਕੇ ਜਾਣੀ ਹੁੰਦੀ ਹੈ। ਮੈਂ ਜਿਉਂਦਾ ਹੁੰਦਾ ਤਾਂ ਆਪਣਾ ਸਾਰਾ ਪ੍ਰੋਵੀਡੈਂਟ ਫੰਡ ਕਢਵਾ ਲੈਂਦਾ, ਸਾਰਾ ਬੈਂਕ ਬੈਲੈਂਸ ਅਤੇ 2 ਸਾਲ ਦਾ ਠੇਕਾ ਪਹਿਲਾਂ ਲੈ ਲੈਂਦਾ। ਇਉਂ 5-7 ਲੱਖ ਤਾਂ ਆਰਾਮ ਨਾਲ ਬਣ ਜਾਣੇ ਸੀ। ਪਰ ਹੁਣ ਇਹ ਸਾਰੇ ਪੈਸੇ ਅਲਕਾ ਕੋਲ ਹਨ ਤਾਂ ਸਹੀ। ਸਗੋਂ 4 ਲੱਖ ਦਾ ਇੰਸ਼ੋਰੈਂਸ ਵੀ ਮਿਲ ਗਿਆ, ਪਰ ਉਹ ਅੰਗਦ ਦੀ ਪੜ੍ਹਾਈ ਲਈ ਦੇਣ ਨਹੀਂ ਲੱਗੀ। ਉਹਨੂੰ ਇੰਨੀ ਸਮਝ ਹੀ ਨਹੀਂ ਕਿ ਕਦੇ ਪੈਸਾ ਖਰਚਣਾ ਪੈਸੇ ਬੀਜਣ ਵਾਂਗ ਹੁੰਦਾ ਹੈ। ਪੈਸੇ ਬੱਚਿਆਂ ਤੋਂ ਵੱਧ ਤਾਂ ਜ਼ਰੂਰੀ ਨਹੀਂ, ਪਰ ਇਹ ਗੱਲਾਂ ਉਹਨੂੰ ਸਮਝ ਨਹੀਂ ਆ ਸਕਦੀਆਂ। ਉਹ ਅਰਵਿੰਦ ਨੂੰ ਵੀ ਕਹਿੰਦੀ ਰਹਿੰਦੀ ਹੈ ਕਿ ਤੂੰ ਪੜ੍ਹਾਈ ਮੁਕਾ ਕੇ ਛੇਤੀ ਨਾਲ ਕਿਸੇ ਨੌਕਰੀ ਉੱਪਰ ਲੱਗ ਜਾ। ਅਤੇ ਹੁਣ ਕਿਹੜਾ ਡੈਡੀ ਹੈ ਵੀ ਕਿਸੇ ਵੀ ਗੱਲ ਦਾ ਫਿਕਰ ਕਰਨ ਦੀ ਲੋੜ ਹੀ ਨਹੀਂ। ਉਹਨੂੰ ਨਿੱਕੇ ਮੋਟੇ ਕੰਮਾਂ ਦੀ ਵੀ ਸਲਾਹ ਦਿੰਦੀ ਰਹਿੰਦੀ ਹੈ। ਕਦੇ ਆਖੂ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਲੈ, ਕਦੇ ਆਖੂ ਰੈਡੀਮੇਡ ਗਾਰਮੈਂਟਸ ਦਾ ਬਿਜ਼ਨਸ ਕਰਨ ਲਈ ਕੱਪੜਿਆਂ ਦੀ ਕਟਿੰਗ ਦਾ ਕੋਰਸ ਕਰ ਲੈ। ਅਤੇ ਕੋਈ ਪੁੱਛਣ ਵਾਲਾ ਹੋਵੇ ਇਹ ਭਲਾ ਸਰਦਾਰਾਂ ਦੇ ਪੁੱਤਰਾਂ ਦੇ ਕਰਨ ਵਾਲੇ ਕੰਮ ਨੇ। ਉਹਨੂੰ ਆਰਾਮ ਨਾਲ ਪੜ੍ਹਨ ਦੇਵੇ। ਅਜੇ
ਉਸ ਦਿਨ ਮੈਨੂੰ ਅਰਵਿੰਦ ਉੱਪਰ ਹੀ ਬੜਾ ਤਰਸ ਆਇਆ। ਜਿਸ ਦਿਨ ਉਹ ਕਿੰਨਾ ਗਰੀਬੜਾ ਜਿਹਾ ਬਣ ਕੇ ਅਲਕਾ ਨੂੰ 700 ਰੁਪਏ ਦੀ ਜੈਕਟ ਲੈ ਕੇ ਦੇਣ ਲਈ ਆਖਦਾ ਰਿਹਾ, ਪਰ ਉਹ ਮੰਨੀ ਨਹੀਂ। ਇਹੀ ਆਖੀ ਜਾਏ, ਹੁਣ ਨਹੀਂ ਆਪਾਂ ਇੰਨੀ ਮਹਿੰਗੀ ਜੈਕਟ ਅਫੋਰਡ ਕਰ ਸਕਦੇ। ਉਸ ਦਿਨ ਮੈਂ ਬਹੁਤ ਰੋਇਆ। ਮੈਂ 700 ਰੁਪਏ ਆਪਣੇ ਬੇਟੇ ਉੱਤੋਂ ਵਾਰ ਕੇ ਸੁੱਟ ਦਿਆਂ ਅਤੇ ਉਹ ਇੱਕ ਜੈਕਟ ਲਈ ਤਰਲੇ ਲੈ ਰਿਹਾ ਸੀ। ਅੰਗਦ ਅਤੇ ਅਰਵਿੰਦ ਨੂੰ ਮੈਂ ਮਸਾਂ ਚੰਗੇ ਫੂਡ ਲਈ ਟੇਸਟ ਬਣਾਇਆ ਸੀ, ਤਾਂ ਜੋ ਜ਼ਿੰਦਗੀ 'ਚ ਸਿਹਤ ਦੇ ਪੱਖੋਂ ਹੀ ਮਾਰ ਨਾ ਖਾਣ। ਪਰ ਅਲਕਾ ਸੀ ਕਿ ਪਤਾ ਨਹੀਂ ਕਿਹੜੀਆਂ ਕੈਲਕੂਲੇਸ਼ਨਸ 'ਚ ਪੈ ਗਈ ਸੀ। ਕਿੰਨੀ ਵਾਰੀ ਰੋਟੀ ਦੀ ਥਾਂ 4 ਕੇਲੇ ਜਾਂ 2 ਸਮੋਸੇ ਜਾਂ 4 ਪੀਸ ਬ੍ਰੈਡ ਦੇ ਜੈਮ ਲਗਾ ਕੇ ਫੜਾ ਦਿੰਦੀ ਹੈ ਅਤੇ ਸਮਝਦੀ ਹੈ ਬਸ ਰੋਟੀ ਦਾ ਕੰਮ ਸਰ ਗਿਆ। ਮੇਰਾ ਕਾਲਜਾ ਹੀ ਛਿੱਲ ਗਿਆ ਜਦੋਂ ਇੱਕ ਦਿਨ ਅਰਵਿੰਦ ਗੁਆਂਢੀਆਂ ਵੱਲੋਂ ਆਏ ਸਾਗ ਨੂੰ ਰੁੱਖਾ ਹੀ ਖਾਣ ਲੱਗ ਪਿਆ ਅਤੇ ਉਹਨਾਂ ਦੀ ਨਿੱਕੀ ਜਿਹੀ ਕੁੜੀ ਨੂੰ ਆਖ ਰਿਹਾ ਸੀ, ਜਦੋਂ ਤੁਸੀਂ ਸਾਗ ਬਣਾਉਂਦੇ ਹੋ ਮੇਰੇ ਲਈ ਦੇ ਜਾਇਆ ਕਰੋ। ਮੈਨੂੰ ਕੀ ਪਤਾ ਸੀ ਮੇਰੇ ਮਗਰੋਂ ਮੇਰੇ ਬੱਚਿਆਂ ਦੇ ਇਹ ਹਾਲ ਹੋ ਜਾਊਗਾ। ਕਾਸ਼ ਰੱਬ ਮੈਨੂੰ ਮਾਫ਼ ਕਰ ਦੇਵੇ। ਮੈਂ ਨਾਸ਼ੁਕਰ ਹਾਂ ਰੱਬ ਦੀਆਂ ਏਡੀਆਂ ਵੱਡੀਆਂ ਦਾਤਾਂ। ਇਹ ਮਨੁੱਖਾਂ ਦੇ, ਇਹ ਪਰਿਵਾਰ, ਇਹ ਧਰਤੀ, ਰੁੱਤਾਂ, ਫੁੱਲ, ਬੂਟੇ, ਇਹ ਮੇਰੇ ਬੇਟੇ, ਮੇਰੀਆਂ ਭੈਣਾਂ, ਅਲਕਾ ਵੀ, ਮੇਰੇ ਕੁਲੀਗਸ, ਮੇਰੇ ਮਿੱਤਰ, ਮੇਰਾ ਮਿੱਤਰ ਸੁਖਬੀਰ, ਮੇਰੇ ਕੁੱਤੇ, ਮੇਰੇ ਪੰਛੀ। ਕਾਸ਼ ਇਹਨਾਂ ਸਭਨਾਂ ਦੀ ਕੀਮਤ ਤੇ ਅਹਿਮੀਅਤ ਮੈਂ ਸਮਝ ਸਕਦਾ ਅਤੇ ਉਹ ਸੁੱਟ ਕੇ ਨਾ ਤੁਰ ਆਉਂਦਾ। ਕਿ ਇਹ ਸਭ ਕੁਝ ਮੈਨੂੰ ਮੁੜ ਕੇ ਨਹੀਂ ਮਿਲ ਸਕਦਾ? ਕੀ ਰੱਬ ਮੈਨੂੰ ਮਾਫ਼ ਨਹੀਂ ਕਰ ਸਕਦਾ? ਕੀ ਮੈਂ ਮਰ ਗਿਆ? ਕਿ ਸੱਚਮੁੱਚ ਹੀ ਮੈਂ ਆਪਣੇ ਆਪ ਨੂੰ ਮਾਰ ਲਿਆ? ਨਹੀਂ, ਮੈਂ ਸਭ ਕੁਝ ਦੇਖ ਸਕਦਾ, ਸੁਣ ਸਕਦਾ, ਮਹਿਸੂਸ ਕਰ ਸਕਦਾ। ਸਿਰਫ ਮੈਂ ਆਪਣੀ ਦੇਹ ਗਵਾ ਦਿੱਤੀ ਹੈ, ਆਪਣੀ ਕੀਮਤੀ ਦੇਹ। ਮੇਰਾ ਆਪਣਾ ਘਰ ਵੇਖਣ ਨੂੰ ਮਨ ਕਰਦਾ। ਮੈਂ ਪਟਿਆਲੇ ਪਰਤਦਾ। ਗੁਆਂਢੀ ਖਾਲੀ ਪਏ ਥਾਂ ਵਿੱਚ ਕੋਠੀ ਬਣਾ ਰਹੇ ਨੇ। ਉਹਨਾਂ ਨੇ ਕਾਫੀ ਸਾਰਾ ਥਾਂ ਸਾਡੇ ਵੱਲੋਂ ਰੋਕ ਲਿਆ। ਉਹ ਸੋਚਦੇ ਨੇ ਮੈਂ ਤਾਂ ਮਰ ਗਿਆ ਅਤੇ ਬੇਟਿਆਂ ਨੂੰ ਕੁਝ ਪਤਾ ਨਹੀਂ। ਮੈਂ ਹੈਰਾਨ ਹੋ ਕੇ ਸਾਡੇ ਗੁਆਂਢੀਆਂ ਨੂੰ ਇਹ ਭੁੱਲ ਹੀ ਗਿਆ ਕਿ ਇੱਕ ਦਿਨ ਉਹ ਵੀ ਮਰ ਜਾਣਗੇ ਅਤੇ ਰੋਕਿਆ ਹੋਇਆ ਥਾਂ ਇੱਥੇ ਦਾ ਇੱਥੇ ਹੀ ਰਹਿ ਜਾਏਗਾ। ਖੈਰ, ਖੁਸ਼ ਹੋ ਲੈਣ ਦਿਓ ਉਹਨਾਂ ਨੂੰ। ਇਹ ਗਿੱਠ ਥਾਂ ਰੋਕ ਕੇ ਕਿਸੇ ਨੂੰ ਨਾ ਸਹੀ, ਉਹਨਾਂ ਨੂੰ ਆਪ ਨੂੰ ਤਾਂ ਪਤਾ ਹੈ ਵੀ ਉਹਨਾਂ ਨੇ ਜੋ ਕੀਤਾ ਗਲਤ ਕੀਤਾ ਅਤੇ ਤੁਸੀਂ ਬਾਕੀ ਸਭ ਕੋਲੋਂ ਬਚ ਸਕਦੇ ਹੋ, ਪਰ ਆਪਣੇ ਆਪ ਕੋਲੋਂ ਤਾਂ ਨਹੀਂ ਬਚ ਸਕਦੇ। ਪਰ ਮੈਨੂੰ ਲੱਗਦਾ ਹੈ ਅਸੀਂ ਆਪਣੇ ਆਪ ਨੂੰ ਤਾਂ ਸ਼ਾਇਦ ਕਦੇ ਕਨਫਰੰਟ ਹੀ ਨਹੀਂ ਕਰਦੇ। ਆਪਣੇ ਆਪ ਤੋਂ ਹਰ ਵੇਲੇ ਬਚਦੇ ਰਹਿੰਦੇ ਹਾਂ, ਕੰਨੀ ਕਤਰਾਉਂਦੇ ਰਹਿੰਦੇ ਹਾਂ। ਕੰਟੈਂਪਲੇਸ਼ਨ ਹੁਣ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਰਿਹਾ ਅਤੇ ਕੰਟੈਂਪਲੇਸ਼ਨ ਤੋਂ ਬਿਨਾਂ ਅਸੀਂ ਪਸ਼ੂਆਂ ਵਰਗੇ ਬਣ ਗਏ ਹਾਂ। ਉਹ ਜਿਹੜੇ ਰਿਸ਼ੀ ਮੁਨੀ ਵਰਿਆਂ ਬੱਧੀ ਤਪ ਕਰਕੇ, ਸਾਧਨਾ ਨਾਲ ਧਿਆਨ ਧਰ ਕੇ ਕੁਝ ਕੀਮਤੀ ਤੱਤ ਦੱਸ ਵੀ ਗਏ ਨੇ, ਉਹਨਾਂ ਤੱਕ ਵੀ ਹੁਣ ਸਾਡੀ ਪਹੁੰਚ ਨਹੀਂ ਰਹੀ। ਉਹ ਜਿਹੜੇ ਸੂਰਜ ਨੂੰ, ਪੌਣ ਨੂੰ, ਪਾਣੀ ਨੂੰ, ਧਰਤੀ ਨੂੰ, ਬਨਸਪਤੀ ਨੂੰ ਪੂਜਦੇ ਸੀ, ਉਹਨਾਂ ਨੇ ਇਹਨਾਂ ਦੇ ਬਹੁਤ ਗਹਿਰੇ ਅਰਥ ਬਣਾਏ ਸਨ ਅਤੇ ਇਹਨਾਂ ਦੀ ਸਿਰਜੀ ਜ਼ਿੰਦਗੀ ਬਾਰੇ ਜੋ ਆਖਿਆ ਅਸੀਂ ਉਹਨਾਂ ਨੂੰ ਡੀਕੋਡ ਕਰਨ ਜੋਗੇ ਵੀ ਨਹੀਂ ਰਹਿ ਗਏ। ਤਦ ਹੀ ਤਾਂ ਸਾਨੂੰ ਨਾ ਆਪਣੀ ਸਮਝ ਹੈ ਅਤੇ ਨਾ ਹੀ ਸੰਸਾਰ ਦੀ। ਇਸੇ ਲਈ ਤਾਂ ਹਸ਼ਰ ਮੇਰੇ ਵਾਲਾ ਹੋ ਰਿਹਾ। ਸਿਰਫ ਮੈਂ ਹੀ ਨਹੀਂ ਆਪਣੇ ਆਪ ਨੂੰ ਮਾਰਿਆ, ਹੋਰ ਵੀ ਬਹੁਤ ਸਾਰੇ ਲੋਕ ਵੱਖਰੇ ਵੱਖਰੇ ਢੰਗਾਂ ਨਾਲ ਆਪਣੇ ਆਪ ਨੂੰ ਮਾਰ ਰਹੇ ਨੇ। ਆਪਣੇ ਆਪ ਨੂੰ ਮਾਰਨ ਅਤੇ ਦੂਜਿਆਂ ਨੂੰ ਮਾਰਨ 'ਚ ਹੁਣ ਕੋਈ ਫਰਕ ਨਹੀਂ ਰਹਿ ਗਿਆ। ਮੈਨੂੰ ਤਾਂ ਇਹ ਫਿਕਰ ਮਗਰ ਆਉਣ ਵਾਲਿਆਂ ਬਾਰੇ ਹੈ। ਕੌਣ ਉਹਨਾਂ ਨੂੰ ਦੱਸੇਗਾ ਕਿ ਜ਼ਿੰਦਗੀ ਬੇਅਰਥੀ ਜੰਮਦੀ ਅਤੇ ਬੇਅਰਥੀ ਜਿਉਂਦੀ ਅਤੇ ਬੇਅਰਥੀ ਮਰ ਨਹੀਂ ਰਹੀ। ਸਿਰਫ ਸਾਨੂੰ ਇਹਦੇ ਅਰਥ ਸਮਝ ਆਉਣੋਂ ਹਟ ਗਏ ਨੇ। ਮੈਂ ਜਿਹੜਾ ਬਹੁਤ ਘੱਟ ਬੋਲਦਾ ਹੁੰਦਾ ਸੀ, ਹੁਣ ਇੰਨੀਆਂ ਗੱਲਾਂ ਕਿਵੇਂ ਕਰਨ ਲੱਗ ਪਿਆ? ਇਸ ਲਈ ਕਿ ਹੁਣ ਮੈਂ ਬਹੁਤ ਇਕੱਲਾ ਹਾਂ, ਬਹੁਤ ਉਦਾਸ ਹਾਂ, ਬਹੁਤ ਬੇਚੈਨ ਹਾਂ। ਮੈਂ ਚਾਹੁੰਦਾ ਕੋਈ ਵੀ ਹੋਵੇ ਜੋ ਇਹ ਸਭ ਕੁਝ ਜਾਣ ਸਕੇ, ਸਮਝ ਸਕੇ ਕਿ ਮੈਂ ਕਿੰਨਾ ਪਰੇਸ਼ਾਨ ਹਾਂ। ਮਰ ਕੇ ਵੀ ਸਾਰੀਆਂ ਪਰੇਸ਼ਾਨੀਆਂ ਤੋਂ ਛੁੱਟ ਨਹੀਂ ਗਿਆ, ਸਗੋਂ ਇਹਨਾਂ ਪਰੇਸ਼ਾਨੀਆਂ ਤੋਂ ਪਾਰ ਲੰਘ ਸਕਣ ਦੀ ਸੰਭਾਵਨਾ ਵੀ ਮੈਂ ਦੇਹ ਦੇ ਨਾਲ ਹੀ ਗੁਆ ਚੁੱਕਾ। ਬੇਜ਼ੀ ਠੀਕ ਹੀ ਤਾਂ ਆਖਦੇ ਨੇ ਕਿ ਇਸ ਦੇਹ ਨੂੰ ਤਾਂ ਦੇਵਤੇ ਵੀ ਤਾਂਘਦੇ ਨੇ। ਇਸ ਦੇਹ ਦੀ ਸਾਰੇ ਕਰਮਾਂ ਧਰਮਾਂ ਦਾ ਆਧਾਰ ਬਣਦੀ ਹੈ। ਪਰ ਉਦੋਂ ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ। ਉਫ, ਬਹੁਤ ਮਾੜੀ ਗੱਲ ਹੋ ਗਈ ਹੈ। ਅਰਵਿੰਦ ਮੇਰਾ 18 ਸਾਲਾਂ ਦਾ ਬੇਟਾ ਪਤਾ ਨਹੀਂ ਕਿੱਥੇ ਚਲਾ ਗਿਆ। ਉਹ ਫੁੱਲਾਂ ਨੂੰ ਪਿਆਰ ਕਰਨ ਵਾਲਾ ਮੇਰਾ ਫੁੱਲ ਵਰਗਾ ਬੇਟਾ ਪਤਾ ਨਹੀਂ ਇਸ ਵੇਲੇ। ਜੀ ਕਰਦਾ ਅਲਕਾ ਦੇ ਗੋਲੀ ਮਾਰ ਦਿਆਂ। ਮੈਂ ਤਾਂ ਭਲਾ ਬੇਗਾਨਾ ਪੁੱਤ ਸੀ, ਸ਼ਰਾਬੀ ਸੀ, ਉਸ ਅਨੁਸਾਰ ਭੈੜਾ ਵੀ ਸੀ। ਪਰ ਅਰਵਿੰਦ ਤਾਂ ਉਹਦਾ ਆਪਣਾ ਪੁੱਤਰ ਸੀ। ਉਸ 'ਚ ਕੋਈ ਐਬ ਨਹੀਂ ਸੀ, ਉਹ ਭੈੜਾ ਨਹੀਂ ਸੀ। ਉਹਨੂੰ ਵੀ ਨਹੀਂ ਸੰਭਾਲ ਸਕੀ। ਮੈਂ ਮਰ ਗਿਆ ਸੀ ਪਰ ਘਰ ਤਾਂ ਨਹੀਂ ਸੀ ਚੁੱਕ ਕੇ ਨਾਲ ਲੈ ਗਿਆ। ਸਭ ਕੁਝ ਇੱਥੇ ਹੀ ਛੱਡ ਗਿਆ ਸੀ। ਅੰਗਦ ਤਾਂ ਬਾਹਰ ਪੜ੍ਹਦਾ ਹੈ, ਇਹਦੇ ਕੋਲ ਤਾਂ ਸਿਰਫ ਅਰਵਿੰਦ ਹੀ ਸੀ। ਉਹ ਕਿਹੜੀ ਗੱਲੋਂ ਇੰਨਾ ਦੁਖੀ ਹੋ ਗਿਆ ਕਿ ਘਰੋਂ ਹੀ ਚਲਾ ਗਿਆ? ਮਾਵਾਂ ਨੂੰ ਤਾਂ ਬੱਚਿਆਂ ਦੇ ਸਾਹ ਦਾ ਪਤਾ ਹੁੰਦਾ ਹੈ। ਇਸ ਔਰਤ ਨੂੰ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਅਰਵਿੰਦ ਦੇ ਮਨ ਦੀ ਦਸ਼ਾ ਕਿਹੋ ਜਿਹੀ ਹੋ ਗਈ ਹੈ। ਜਦੋਂ ਚੁੱਪ ਕੀਤਾ ਪਿਆ ਕੰਧ ਵੱਲ ਦੇਖਦਾ ਰਹਿੰਦਾ ਸੀ, ਜਦੋਂ ਮਾੜਾ ਹੋਈ ਜਾਂਦਾ ਸੀ, ਜਦੋਂ ਕੁਝ ਵੀ ਨਹੀਂ ਸੀ ਆਖਦਾ, ਕੁਝ ਵੀ ਨਹੀਂ ਸੀ ਮੰਗਦਾ,
ਕਿਉਂ ਨਾ ਉਹਨੇ ਸੋਚਿਆ, ਕਿਉਂ ਨਾ ਇਹਨੇ ਉਹਨੂੰ ਕੁਝ ਪੁੱਛਿਆ ਕਿ ਕੀ ਗੱਲ ਹੈ। ਜਦੋਂ ਆਖਦਾ ਸੀ ਮਾਮਾ ਜਿਹੜਾ ਗ੍ਰਹਿ ਮੇਰੇ ਦਾਦਾ ਜੀ ਉੱਪਰ ਸੀ, ਡੈਡੀ ਉੱਪਰ ਸੀ, ਉਹੀ ਗ੍ਰਹਿ ਹੁਣ ਮੇਰੇ ਉੱਪਰ ਆ ਗਿਆ। ਇਸ ਖਰ ਦਿਮਾਗ ਔਰਤ ਨੇ ਕਿਉਂ ਨਾ ਸਮਝਿਆ ਕਿ ਆਪਣੇ ਦਾਦੇ ਤੇ ਪਿਓ ਵਾਲੀ ਫੇਟ ਦਾ ਹੀ ਜ਼ਿਕਰ ਕਰ ਰਿਹਾ। ਜੇ ਉਹਨੂੰ ਆਪ ਨੂੰ ਕਿਸੇ ਗੱਲ ਦੀ ਸਮਝ ਨਹੀਂ ਸੀ ਲੱਗ ਰਹੀ ਤਾਂ ਵੱਡੇ ਭੈਣ ਜੀ ਨੂੰ ਫੋਨ ਕਰ ਦਿੰਦੀ, ਜ਼ਰਾ ਜ਼ਿਕਰ ਤਾਂ ਕਰ ਦਿੰਦੀ ਕਿ ਅਰਵਿੰਦ ਠੀਕ ਨਹੀਂ। ਜੇ ਨਾ ਉਹ ਨੱਠੇ ਆਉਂਦੇ, ਹੁਣ ਤਾਂ ਉਹ ਨਾਲੇ ਰੋਂਦੇ ਫਿਰਦੇ ਨੇ, ਨਾਲੇ ਅਰਵਿੰਦ ਨੂੰ ਟੋਲਦੇ ਫਿਰਦੇ ਨੇ। ਮੇਰਾ ਬਿੰਦੂ ਪਤਾ ਨਹੀਂ ਕਿੱਥੇ ਰੁਲਦਾ ਫਿਰਦਾ ਹੋਊ, ਪਰ ਉਹ ਚੱਲਿਆ ਕਿੱਥੇ ਗਿਆ? ਕਿਤੇ ਉਹਨੂੰ ਪ੍ਰਿੰਸੀਪਲ ਦਾ ਘਰ ਆਉਣਾ ਤਾਂ ਬੁਰਾ ਨਹੀਂ ਸੀ ਲੱਗਦਾ ਤੇ ਉਹ ਮਾਂ ਨੂੰ ਕੁਛ ਆਖ ਨਾ ਸਕਿਆ। ਹੋ ਸਕਦਾ ਅਰਵਿੰਦ ਨੂੰ ਇਹ ਲੱਗਿਆ ਹੋਵੇ ਕਿ ਜਿਵੇਂ ਡੈਡੀ ਤੋਂ ਬਿਨਾਂ ਮਾਮਾ ਨੂੰ ਸਰ ਗਿਆ, ਉਸੇ ਤਰ੍ਹਾਂ ਮੇਰੇ ਬਿਨਾਂ ਵੀ ਸਰ ਜਾਊਗਾ। ਨਹੀਂ ਤਾਂ ਅਲਕਾ ਨਾਲ ਤਾਂ ਉਹਦਾ ਬੜਾ ਮੋਹ ਸੀ। ਅਰਵਿੰਦ, ਮੇਰੇ ਬੇਟੇ ਤੋਂ ਵਾਪਸ ਆ ਜਾ। ਮੇਰੇ ਕੋਲੋਂ ਇਹ ਗੱਲ ਝੱਲੀ ਨਹੀਂ ਜਾਂਦੀ ਕਿ ਏਡਾ ਮਿਹਨਤ ਨਾਲ ਪਾਲਿਆ ਮੇਰਾ ਬੇਟਾ ਪਤਾ ਨਹੀਂ ਕਿੱਥੇ ਚਲਾ ਗਿਆ। ਕੋਈ ਸੋਚ ਨਹੀਂ ਸਕਦਾ ਇਹ ਗੱਲ ਮੈਨੂੰ ਕਿਵੇਂ ਖਾ ਰਹੀ ਹੈ। ਤੂੰ ਇੰਨਾ ਉਦਾਸ ਕਿਉਂ ਹੋ ਗਿਆ ਅਰਵਿੰਦ? ਪੜ੍ਹ ਲਿਖ ਕੇ ਤੂੰ ਜੌਬ 'ਤੇ ਜਾਣਾ ਸੀ, ਫਿਰ ਤੇਰਾ ਵਿਆਹ ਹੋਣਾ ਸੀ, ਫਿਰ ਤੇਰੇ ਬੱਚੇ ਹੋਣੇ ਸੀ। ਤੂੰ ਮੇਰਾ ਫੁੱਲਾਂ ਨੂੰ ਪਿਆਰ ਕਰਨ ਵਾਲਾ ਬੇਟਾ ਹਨੇਰੀਆਂ 'ਚ ਕਿਉਂ ਗੁਆਚ ਗਿਆ? ਦਿਲ ਕਰਦਾ ਕੰਧਾਂ ਨਾਲ ਟੱਕਰਾਂ ਮਾਰਾਂ। ਅਲਕਾ 'ਤੇ ਗੁੱਸਾ ਆਉਂਦਾ, ਪਰ ਕਦੇ ਕਦੇ ਤਰਸ ਵੀ ਬੜਾ ਆਉਂਦਾ। ਉਹ ਰੋਣ ਵੀ ਲੱਗ ਜਾਂਦੀ ਹੈ। ਹੋਵੇ ਰਾਤ ਨੂੰ ਉੱਠ ਦੇਖਦੀ ਹੈ ਕਿ ਸ਼ਾਇਦ ਅਰਵਿੰਦ ਆਇਆ ਹੋਵੇ, ਫਿਰ ਮਾਂ ਵੀ ਹੈ। ਪਰ ਕਦੇ ਕਦੇ ਉਹ ਬੜੀਆਂ ਬੇਅਕਲੀ ਦੀਆਂ ਗੱਲਾਂ ਵੀ ਕਰਨ ਲੱਗ ਜਾਂਦੀ ਹੈ। ਉਹ ਆਖਦੀ ਹੈ, ਅਰਵਿੰਦ ਨੂੰ ਮੇਰੀਆਂ ਭੈਣਾਂ ਨੇ ਜ਼ਮੀਨ ਸਾਂਭਣ ਦੀਆਂ ਮਾਰੀਆਂ ਨੇ ਕੁਛ ਕਰਵਾ ਦਿੱਤਾ ਹੋਣਾ। ਪਰ ਮੈਂ ਪੁੱਛਦਾ, ਕਦੇ ਕੋਈ ਔਰਤ ਆਪਣੇ ਭਾਈ ਭਤੀਜਿਆਂ ਦਾ ਵੀ ਬੁਰਾ ਸੋਚਦੀ ਹੁੰਦੀ ਹੈ? ਇਹਨੂੰ ਸ਼ਾਇਦ ਇਸ ਲੋਕ ਕਥਾ ਦਾ ਪਤਾ ਹੀ ਨਹੀਂ ਵੀ ਕਿਸੇ ਰਾਜ ਪਲਟੇ ਦੇ ਵੇਲੇ ਇੱਕ ਔਰਤ ਦਾ ਪਤੀ ਵੀ, ਭਰਾ ਵੀ ਤੇ ਪੁੱਤਰ ਵੀ ਤਿੰਨੋਂ ਫੜੇ ਗਏ। ਤਿੰਨਾਂ ਨੂੰ ਮੌਤ ਦੀ ਸਜ਼ਾ ਹੋ ਗਈ। ਔਰਤ ਨੇ ਹਾਕਮਾਂ ਦੀਆਂ ਮਿੰਨਤਾਂ ਤਰਲੇ ਕੀਤੇ। ਉਹਨਾਂ ਨੇ ਤਰਸ ਕਰਕੇ ਕਿਹਾ, ਮਾਈ ਕਿਸੇ ਇੱਕ ਨੂੰ ਛੁਡਵਾ ਸਕਦੀ ਹੈ। ਇਸ ਉੱਤੇ ਉਸ ਔਰਤ ਨੇ ਕਿਹਾ, ਚੰਗਾ ਤਾਂ ਮੇਰੇ ਭਾਈ ਨੂੰ ਛੱਡ ਦਿਓ। ਪਤੀ ਤੇ ਪੁੱਤਰ ਤਾਂ ਹੋਰ ਮਿਲ ਸਕਦੇ ਆ, ਅੰਮਾ ਜਾਇਆ ਭਾਈ ਨਹੀਂ। ਤੇ ਇਹੋ ਜਿਹੀ ਭਾਈ ਤੇ ਪੁੱਤਰ ਦਾ ਕੋਈ ਭੈਣ ਕਿਵੇਂ ਬੁਰਾ ਚਾਹ ਸਕਦੀ ਹੈ? ਜ਼ਮੀਨ ਲਈ ਤਾਂ ਕੀ ਕਿਸੇ ਮੁੱਲ ਤੋਂ ਵੀ ਉਹ ਅਜਿਹਾ ਕਰਨ ਲਈ ਨਹੀਂ ਮੰਨੇਗੀ। ਪਰ ਅਲਕਾ ਇਉਂ ਨਹੀਂ ਸੋਚਦੀ। ਉਹਦੀ ਸੋਚ ਬੜੀ ਸੌੜੀ ਹੈ। ਉਹਨੂੰ ਨਾ ਰਿਸ਼ਤਿਆਂ ਦੀ ਪਛਾਣ ਹੈ ਤੇ ਨਾ ਹੀ ਰਿਸ਼ਤਿਆਂ ਦੇ ਮੁੱਲ ਦਾ ਪਤਾ ਹੈ। ਮੈਨੂੰ ਡਰ ਹੈ ਉਹ ਕਿਧਰੇ ਕਸ਼ਮੀਰੀ ਟੈਰਰਿਸਟਾਂ ਦੇ ਕਾਬੂ ਨਾ ਆ ਗਿਆ ਹੋਵੇ। ਉਹ ਜਿਹੜੇ ਮੁੰਡਿਆਂ ਨੂੰ ਫੜ ਕੇ ਪਾਕਿਸਤਾਨ ਪਹੁੰਚਾ ਦਿੰਦੇ ਨੇ, ਜਿੱਥੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਭਾਰਤ ਵਿੱਚ ਜਾ ਕੇ ਤੋੜ ਫੋੜ ਕਰਨ, ਜਸੂਸ ਬਣਨ, ਬੰਬ ਬਣਾਉਣ, ਮਾਰ ਧਾੜ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਰ ਮੈਂ ਉਹਨਾਂ ਸਾਰੇ ਕੈਂਪਾਂ 'ਚ ਜਾ ਕੇ ਵੇਖ ਆਇਆ। ਹੱਦ ਪਾਰ ਕਰਨ ਲਈ ਮੈਨੂੰ ਕਿਹੜਾ ਕਿਸੇ ਪਾਸਪੋਰਟ ਦੀ ਲੋੜ ਸੀ? ਮੈਂ ਕਿਹੜਾ ਕਿਸੇ ਨੂੰ ਦਿਸਦਾ? ਮੈਂ ਤਾਂ ਹਵਾ ਨਾਲ ਹਵਾ ਬਣ ਕੇ ਲੰਘ ਗਿਆ ਸੀ। ਉਂਝ ਉਹਨਾਂ ਕੈਂਪਾਂ ਨੂੰ ਦੇਖ ਕੇ ਮੇਰਾ ਜੀਅ ਬੜਾ ਖਰਾਬ ਹੋਇਆ। ਕੱਚੀਆਂ ਕੈਲਾਂ ਜਿਹੇ ਉਹ ਜਵਾਨ ਮੁੰਡੇ ਮਾਵਾਂ ਦੇ ਤਾਂ ਪੁੱਤਰ ਸੀ, ਜਿਹੜੇ ਕਾਲੀਆਂ ਤਾਕਤਾਂ ਦੇ ਗੁਲਾਮ ਮਸ਼ੀਨਾਂ ਵਾਂਗੂ ਵਰਤੇ ਜਾ ਰਹੇ ਸਨ। ਇਹਨਾਂ ਕੀਮਤੀ ਜਿੰਦਾਂ ਦੀਆਂ ਮਾਵਾਂ ਪਤਾ ਨਹੀਂ ਕਿਵੇਂ ਦਿਨ ਲੰਘਾਉਂਦੀਆਂ ਹੋਣਗੀਆਂ, ਕਿਵੇਂ ਰਾਤਾਂ ਲੰਘਾਉਂਦੀਆਂ ਹੋਣਗੀਆਂ। ਇਹਨਾਂ ਦੇ ਬਾਪ ਆਪਣੀਆਂ ਡੰਗੋਰੀਆਂ ਨੂੰ ਟੋਲਦੇ ਪਤਾ ਨਹੀਂ ਕਿੱਥੇ ਕਿੱਥੇ ਟੱਕਰਾਂ ਮਾਰਦੇ ਫਿਰਦੇ ਹੋਣਗੇ। ਇਹਨਾਂ ਦੀਆਂ ਭੈਣਾਂ ਪਤਾ ਨਹੀਂ ਕਿੰਨਾ ਕੁ ਰੁਦਨ ਕਰਦੀਆਂ ਹੋਣਗੀਆਂ ਤੇ ਆਪ ਨਾ ਮਰਿਆਂ ਵਿੱਚ ਨਾ ਜਿਉਂਦਿਆਂ 'ਚ ਪਤਾ ਨਹੀਂ ਕਿਵੇਂ ਦਿਨ ਕੱਟੀ ਕਰ ਰਹੇ ਨੇ। ਪਰ ਅਰਵਿੰਦ ਇਹਨਾਂ ਵਿੱਚੋਂ ਨਹੀਂ। ਪਰ ਉਹ ਚਲਾ ਕਿੱਥੇ ਗਿਆ? ਜਦੋਂ ਦਾ ਪਤਾ ਲੱਗਿਆ ਮੇਰਾ ਜੀਅ ਘਬਰਾ ਰਿਹਾ ਹੈ। ਮੈਂ ਜਿਉਂਦਾ ਹੁੰਦਾ ਤਾਂ ਕਦੇ ਇਉਂ ਨਹੀਂ ਸੀ ਹੋਣਾ। ਰੱਬ ਮੈਨੂੰ ਹੀ ਤਾਂ ਸਜ਼ਾ ਦੇ ਰਿਹਾ। ਉਹ ਤਾਂ ਅਲਕਾ ਨਾਲ ਬੜਾ ਅਟੈਚਡ ਸੀ, ਉਹਨੂੰ ਛੱਡ ਕੇ ਕਿਵੇਂ ਚਲਾ ਗਿਆ? ਜੀਅ ਕਰਦਾ ਰੋ ਕੇ ਉੱਚੀ ਉੱਚੀ ਹਾਕਾਂ ਮਾਰਾਂ, ਪਰ ਮੇਰੇ ਕੋਲ ਕਿਹੜਾ ਹੁਣ ਆਵਾਜ਼ਾਂ ਐ ਤੇ ਮੈਂ ਕੀ ਕਰਾਂ? ਮੈਂ ਕੁਝ ਵੀ ਨਹੀਂ ਕਰ ਸਕਦਾ। ਅਰਵਿੰਦ ਕਿਸ ਗੱਲੋਂ ਇੰਨਾ ਘਬਰਾ ਗਿਆ? ਉਹ ਕਿਸ ਗੱਲੋਂ ਇੰਨਾ ਡਰ ਗਿਆ? ਉਹ ਤਾਂ ਬੜਾ ਇੰਟੈਲੀਜੈਂਟ ਲੜਕਾ ਹੈ। ਮੈਂ ਸੋਚਦਾ ਹੁੰਦਾ ਸੀ ਮੈਂ ਅਰਵਿੰਦ ਦੀ ਸ਼ਾਦੀ ਕਿਸੇ ਬੜੇ ਹੀ ਸਾਊ ਮਾਂ ਬਾਪ ਦੀ ਬੇਟੀ ਨਾਲ ਕਰਾਂਗਾ, ਕਿਉਂਕਿ ਹੁਣ ਬੇਜੀ ਦੀ ਆਖੀ ਗੱਲ ਸਮਝ ਆਉਣ ਲੱਗ ਪਈ ਸੀ ਕਿ ਅੰਬ ਦੇ ਦਰਖਤ ਨੂੰ ਹੀ ਅੰਬ ਲੱਗਦੇ ਨੇ ਤੇ ਅੱਕ ਦੇ ਬੂਟੇ ਨੂੰ ਅੱਕ ਦੀਆਂ ਕੁੱਕੜੀਆਂ। ਵਿਆਹ ਦੇ ਮਾਮਲੇ 'ਚ ਬੰਦੇ ਨੂੰ ਕਦੇ ਜਜ਼ਬਾਤੀ ਨਹੀਂ ਹੋਣਾ ਚਾਹੀਦਾ। ਪਰ ਜੇ ਅਰਵਿੰਦ ਨੇ ਆਪ ਹੀ ਕੋਈ ਕੁੜੀ ਪਸੰਦ ਕਰ ਲਈ, ਅਲਕਾ ਮਜ਼ਾਕ ਨਾਲ ਆਖਦੀ ਹੁੰਦੀ ਸੀ, ਮੈਂ ਵਿਆਹ ਕਰਨਾ ਹੀ ਨਹੀਂ, ਮੈਂ ਆਪਣੇ ਮਾਂ ਪਿਓ ਦਾ ਵਿਆਹ ਵੇਖ ਕੇ ਹੀ ਥੱਕ ਗਿਆ। ਇੱਕ ਵਾਰੀ ਅਰਵਿੰਦ ਨੇ ਜਦੋਂ ਆਖਿਆ ਸੀ ਤਾਂ ਮੈਨੂੰ ਹੈਰਾਨੀ ਹੋਈ ਸੀ ਕਿ ਮਾਪਿਆਂ ਦੇ ਆਪਸੀ ਵਿਵਹਾਰ ਦਾ ਬੱਚਿਆਂ ਉੱਪਰ ਕਿੰਨਾ ਅਸਰ ਪੈਂਦਾ ਹੈ। ਮੈਂ ਉਹਨੂੰ ਸਮਝਾਉਣ ਲਈ ਆਖਿਆ ਸੀ, ਅਰਵਿੰਦ ਜੀ ਅਸੀਂ ਤਾਂ ਉੱਪਰੋਂ ਲੜਦੇ ਹੁੰਦੇ ਹਾਂ ਲੋਕਾਂ ਨੂੰ ਵਿਖਾਉਣ ਲਈ, ਵਿੱਚੋਂ ਨਾ ਤਾਂ ਤੇਰੀ ਮੰਮਾ ਨੂੰ ਮੇਰੇ ਬਿਨਾਂ ਸਰੇ ਤੇ ਨਾ ਮੈਨੂੰ ਤੇਰੀ ਮੰਮਾ ਬਿਨਾਂ ਸਰੇ। ਪੁੱਛ ਲੈ ਭਾਵੇਂ ਆਪਣੀ ਮੰਮਾ ਨੂੰ। ਉਸੇ ਵੇਲੇ ਅਰਵਿੰਦ ਮੇਰੀ ਵੱਲ ਇਉਂ ਝਾਕਿਆ ਜਿਵੇਂ ਆਖਦਾ ਹੋਵੇ ਕਿ ਮੈਂ ਸਭ ਸਮਝਦਾ। ਉਸ ਵੇਲੇ ਅਲਕਾ ਬੋਲੀ, ਸਾਨੂੰ ਤੇਰੇ ਡੈਡੀ ਬਿਨਾਂ ਨਹੀਂ ਸਰਦਾ, ਅਸੀਂ ਰੋਟੀ ਜੋ ਉਹ ਤੋਂ ਲੈ ਕੇ ਖਾਣੀ ਹੈ। ਇਹਨਾਂ ਨੂੰ ਤਾਂ ਸਾਡੇ ਬਿਨਾਂ ਬਥੇਰਾ ਸਰ ਜੋ। ਅੱਜ ਮਰ ਜਾਵਾਂ ਤਾਂ 2 ਮਹੀਨੇ ਦੇ ਵਿੱਚ
ਇਹਨਾਂ ਦੀਆਂ ਭੈਣਾਂ ਇਹਨਾਂ ਦਾ ਹੋਰ ਵਿਆਹ ਕਰ ਦੇਣਗੀਆਂ। ਚੱਲ ਤੂੰ ਮਰ ਕੇ ਵਿਖਾ, ਫਿਰ ਦੇਖਦੇ ਹਾਂ ਕਿ ਹੋਰ ਵਿਆਹ ਹੁੰਦਾ ਕਿ ਨਹੀਂ। ਮੈਂ ਹੱਸ ਕੇ ਆਖਿਆ ਸੀ ਤੇ ਅਲਕਾ ਸੱਚਮੁੱਚ ਹੀ ਖਿਝ ਗਈ ਸੀ। ਆਖਣ ਲੱਗੀ, ਦੇਖ ਲੈ ਅਰਵਿੰਦ ਆਖਦੇ ਨੇ ਮਰ ਕੇ ਵਿਖਾ, ਮੈਂ ਤਾਂ ਸੱਚਮੁੱਚ ਹੀ ਮਰ ਜਾਣਾ। ਮੇਰੀ ਤਾਂ ਉਮਰ ਦੀ ਲਕੀਰ ਹੀ ਬਹੁਤ ਛੋਟੀ ਹੈ। ਅਰਵਿੰਦ ਇਹ ਸੁਣ ਕੇ ਘਬਰਾ ਗਿਆ ਤੇ ਆ ਕੇ ਅਲਕਾ ਦੇ ਗਲ ਨੂੰ ਚੰਬੜ ਗਿਆ। ਮੈਂ ਵੀ ਆਖਿਆ ਮੈਂ ਤਾਂ ਮਜ਼ਾਕ ਕਰਦਾ ਸੀ, ਪਰ ਮਾਂ ਦਾ ਇੰਨਾ ਖਿਆਲ ਰੱਖਣ ਵਾਲੇ ਨੂੰ ਹੁਣ ਕੀ ਹੋ ਗਿਆ ਸੀ। ਬੇਵਕੂਫ ਕਿਤੇ ਮੇਰੇ ਵਾਂਗ ਮਰਨ ਬਾਰੇ ਨਾ ਸੋਚ ਲਵੇ। ਨਹੀਂ ਅਰਵਿੰਦ ਨਹੀਂ, ਮੈਂ ਤਬਾਹ ਹੋ ਜਾਵਾਂਗਾ। ਮੇਰੀ ਤਾਂ ਦੁਨੀਆ ਹੀ ਤੁਸੀਂ ਹੋ। ਤੇਰੀ ਪੜ੍ਹਾਈ ਨੂੰ ਨਹੀਂ ਜੀ ਕਰਦਾ ਨਾ ਕਰ। ਤੂੰ ਪਹਾੜਾਂ ਉੱਪਰ ਸੈਰ ਸਪਾਟੇ ਨੂੰ ਜਾਣਾ ਚਾਹੁੰਦਾ, ਚਲਿਆ ਜਾ। ਤੂੰ ਪਿਕਚਰਾਂ ਦੇਖ ਲੈ, ਤੂੰ ਕੋਈ ਚੰਗੀ ਕਿਤਾਬ ਪੜ੍ਹ ਲੈ, ਪਰਵਾਹ ਨਾ ਕਰ ਅਲਕਾ ਕੀ ਆਖਦੀ ਹੈ। ਤੇਰਾ ਮਨ ਕਰਦਾ ਤੂੰ ਪਟਿਆਲਾ ਆਂਟੀ ਕੋਲ ਚਲਾ ਜਾ। ਤੁਸੀਂ ਲੋਕ ਕਿਉਂ ਭੁੱਲ ਗਏ ਹੋ ਕਿ ਉਹ ਮੇਰੀ ਭੈਣ ਹੈ ਤੇ ਤੂੰ ਮੇਰਾ ਪੁੱਤਰ ਹੈ। ਉਹ ਤੇਰੀ ਦੋਖੀ ਕਿਵੇਂ ਹੋ ਸਕਦੀ ਹੈ। ਪਤਾ ਨਹੀਂ ਕਿਉਂ ਅਲਕਾ ਨੇ ਤੇਰੇ ਅੰਦਰ ਇੰਨੀ ਅੱਗ ਭਰ ਦਿੱਤੀ ਕਿ ਤੂੰ ਆਪ ਵੀ ਇੰਨਾ ਬੇਚੈਨ ਹੋ ਗਿਆ। ਉਹਨੂੰ ਚਾਹੀਦਾ ਸੀ ਭੈਣ ਜੀ ਨੂੰ ਆਖਦੀ, ਇਹ ਤੁਹਾਡੇ ਹੀ ਨੇ, ਸੰਭੋ ਇਹਨਾਂ ਨੂੰ। ਤੇ ਉਹ ਸਗੋਂ ਆਖਣ ਲੱਗ ਪਈ ਕਿ ਮੇਰੇ ਬੱਚਿਆਂ ਨੂੰ ਨਾ ਮੇਰੇ ਨਾਲੋਂ ਪਾੜੋ। ਮੈਂ ਦੱਸਾਂ, ਜਦੋਂ ਭੂਆ ਜੀ ਸਾਡੇ ਨਾਲ ਰਹਿੰਦੇ ਸੀ ਤਾਂ ਹਰ ਗੱਲ 'ਚ ਬੇਜੀ ਉਹਨਾਂ ਨੂੰ ਮੂਹਰੇ ਰੱਖਦੇ ਸੀ। ਉਹਨਾਂ ਨੇ ਸਾਨੂੰ ਵੀ ਸਮਝਾਇਆ ਕਿ ਮੈਂ ਤਾਂ ਤੁਹਾਡੀ ਮਾਂ ਹੀ ਰਹਾਂਗੀ ਤੇ ਤੁਸੀਂ ਮੇਰੇ ਹੀ ਬੱਚੇ ਰਹੋਗੇ, ਪਰ ਆਪਣੀ ਭੂਆ ਜੀ ਨੂੰ ਇਹ ਕਦੇ ਨਾ ਮਹਿਸੂਸ ਹੋਣ ਦਿਓ ਕਿ ਤੁਹਾਡੇ ਲਈ ਮੈਂ ਪਹਿਲਾਂ ਤੇ ਉਹ ਪਿੱਛੋਂ ਹੈ। ਭੂਆ ਜੀ ਸਾਡੇ ਤੱਤੇ ਸੁਭਾਅ ਦੀ ਸੀ। ਜੇ ਉਹ ਵੇਲੇ ਕੁ ਵੇਲੇ ਬੇਜੀ ਨੂੰ ਬੁਰਾ ਭਲਾ ਵੀ ਆਖ ਦਿੰਦੇ, ਉਹ ਫਿਰ ਵੀ ਚੁੱਪ ਕਰ ਰਹਿੰਦੇ। ਆਖਦੇ ਮੇਰੇ ਵੱਡੇ ਥਾਂ ਨੇ ਤੇ ਸਾਨੂੰ ਸਗੋਂ ਕਦੇ ਕਦੇ ਗੁੱਸਾ ਆ ਜਾਂਦਾ, ਪਰ ਬੇਜੀ ਆਖਦੇ ਭੂਆ ਜੀ ਤੁਹਾਡੀ ਨੂੰ ਹੱਕ ਹੈ ਕਿ ਮੈਨੂੰ ਜੋ ਮਰਜ਼ੀ ਆਖਣ। ਬੇਜੀ ਭਾਵੇਂ ਅਲਕਾ ਵਾਂਗ ਜਮਾਤਾਂ ਨਹੀਂ ਸੀ ਪੜ੍ਹੇ ਹੋਏ, ਪਰ ਸਿਆਣਪ ਉਹਨਾਂ 'ਚ ਕਿਤੇ ਵੱਧ ਸੀ। ਇਸੇ ਕਰਕੇ ਤਾਂ ਬਾਪੂ ਜੀ ਦੀ ਮੌਤ ਤੋਂ ਮਗਰੋਂ ਆਪਣੇ ਘਰ ਨੂੰ, ਆਪਣੇ ਪਰਿਵਾਰ ਨੂੰ ਕਿਸੇ ਵੀ ਪੱਖ ਤੋਂ ਨਿਗਰਨ ਨਹੀਂ ਸੀ ਦਿੱਤਾ। ਮੈਨੂੰ ਪਤਾ ਉਹਨਾਂ ਨੇ ਆਪਣੇ ਵਾਲ ਕੱਪੜੇ ਧੋਣ ਵਾਲੇ ਸਾਬਣ ਨਾਲ ਧੋ ਚਿੱਟੇ ਕਰ ਲਏ ਸੀ ਤਾਂ ਜੋ ਲੋਕਾਂ ਨੂੰ ਉਹ ਜਵਾਨ ਨਾ ਲੱਗਣ। ਆਪਣੇ ਜਿੱਡੇ ਲੋਕਾਂ ਨੂੰ ਤਾਂ ਉਹ ਹਾਂ ਪੁੱਤਾ, ਹਾਂ ਵੀਰ, ਹਾਂ ਭਾਈ ਆਖਦੇ ਰਹਿੰਦੇ। ਹਰ ਇੱਕ ਕੰਮ ਲਈ, ਹਰ ਇੱਕ ਗੱਲ ਲਈ ਉਹ ਰੱਬ ਮੂਹਰੇ ਅਰਦਾਸਾਂ ਕਰਦੇ ਰਹਿੰਦੇ। ਇਹ ਉਹਨਾਂ ਨੇ ਆਪਣੀ ਨਿਆਣੀ ਜੀ ਟੱਬਰੀ ਦੀ ਬੇੜੀ ਬੰਨੇ ਲਾ ਲਈ ਸੀ। ਧੀਆਂ ਪੜ੍ਹਾ ਲਈਆਂ, ਚੰਗੇ ਥਾਈਂ ਵਿਆਹਤੀਆਂ, ਪੁੱਤਰ ਪੜ੍ਹਾ ਲਿਆ, ਰੁਜ਼ਗਾਰ 'ਤੇ ਸਿਰ ਹੋ ਗਿਆ ਤੇ ਵਿਆਹ ਵੀ ਲਿਆ ਤੇ ਅੱਗੋਂ ਪੋਤਰੇ ਵੀ ਹੋ ਗਏ ਸੀ। ਉਹ ਤਾਂ ਹੁਣ ਤਾਂ ਸਗੋਂ ਉਸ ਘਰ ਦੇ ਚੰਗੇ ਦਿਨ ਆਏ ਸਨ, ਪਰ ਜਦੋਂ ਮਰੇ ਆਪਣਾ ਭਾਗ ਜਿਵੇਂ ਆਪਣੇ ਨਾਲ ਹੀ ਲੈ ਗਏ। ਨਾ ਹੁਣ ਇਸ ਘਰ ਲਈ ਕੋਈ ਅਰਦਾਸਾਂ ਕਰਨ ਵਾਲਾ ਸੀ, ਨਾ ਹੀ ਇਸ ਘਰ ਨੂੰ ਕੋਈ ਅਸੀਸਾਂ ਦੇਣ ਵਾਲਾ ਸੀ। ਇਸੇ ਲਈ ਤਾਂ ਸਭ ਵਾਪਰਿਆ। ਪਤਾ ਨਹੀਂ ਕੀ ਸਾਧ ਸਰਾਪ ਹੋ ਗਿਆ। ਮੇਰੀ ਮੱਤ ਨੂੰ ਉਸ ਵੇਲੇ ਪਤਾ ਨਹੀਂ ਕੀ ਹੋ ਗਿਆ ਸੀ ਤੇ ਹੁਣ ਅਰਵਿੰਦ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ। ਵੱਡੀ ਭੈਣ ਕੁਲਦੀਪ ਕਈ ਵਾਰੀ ਆਖਦੀ ਹੁੰਦੀ ਸੀ, ਰੱਬ ਨੇ ਤੁਹਾਨੂੰ ਸਭ ਕੁਝ ਦਿੱਤਾ ਹੋਇਆ, ਉਹਦਾ ਸ਼ੁਕਰ ਕਰੋ, ਸ਼ਾਂਤੀ ਨਾਲ ਜੀਓ। ਪਰ ਅਲਕਾ ਨੂੰ ਲੱਗਦਾ ਇਹ ਔਰਤ ਉਂਝ ਹੀ ਬੋਲਦੀ ਰਹਿੰਦੀ ਹੈ। ਇਹਨੂੰ ਕੀ, ਅਸੀਂ ਆਪਣੇ ਘਰ ਜੋ ਮਰਜ਼ੀ ਕਰੀਏ, ਜਿਵੇਂ ਮਰਜ਼ੀ ਜਿਉਈਏ। ਹੋਰਨਾਂ ਨੂੰ ਮੱਤਾਂ ਦੇਣੀਆਂ ਬੜੀਆਂ ਸੁੱਖ ਵਾਲੀਆਂ ਹੁੰਦੀਆਂ ਨੇ ਤੇ ਸ਼ਰਾਬੀ ਬੰਦੇ ਨਾਲ ਕੱਟਣਾ ਪਵੇ ਤਾਂ ਪਤਾ ਲੱਗੇ। ਹੋ ਸਕਦਾ ਅਲਕਾ ਸੱਚਮੁੱਚ ਹੀ ਤੰਗ ਹੁੰਦੀ ਹੋਵੇ, ਪਰ ਮੈਂ ਕਿੰਨੀ ਵਾਰੀ ਤਾਂ ਕੋਸ਼ਿਸ਼ ਕੀਤੀ ਸੀ ਸ਼ਰਾਬ ਛੱਡਣ ਦੀ। ਉਹ ਫਿਰ ਕੋਈ ਨਾ ਕੋਈ ਅਜਿਹੀ ਗੱਲ ਕਰ ਦਿੰਦੀ ਕਿ ਮੈਂ ਖਿੱਝ ਜਾਂਦਾ, ਪਰ ਸ਼ਰਾਬ ਪੀ ਕੇ ਮੈਂ ਖਰੂਦ ਨਹੀਂ ਸੀ ਕਰਦਾ, ਬਾਹਰ ਨਹੀਂ ਸੀ ਜਾਂਦਾ, ਕਿਸੇ ਦੀ ਕੁੱਟਮਾਰ ਸੀ ਕਰਦਾ। ਫਿਰ ਵੀ ਜੇ ਉਹ ਚਾਹੁੰਦੀ ਤਾਂ ਮੇਰੀ ਸ਼ਰਾਬ ਛੁੱਟ ਸਕਦੀ ਸੀ। ਮੈਂ ਉਹਨੂੰ ਬਹੁਤ ਚਾਹੁੰਦਾ ਸੀ, ਉਹਦੀ ਹਰ ਇੱਕ ਗੱਲ ਮੰਨਣ ਲਈ ਤਿਆਰ ਹੁੰਦਾ ਸੀ, ਪਰ ਉਹਦਾ ਮੇਰੇ 'ਚ ਇੰਨਾ ਇੰਟਰਸਟ ਹੀ ਨਹੀਂ ਸੀ। ਉਹ ਨਾਵਲ ਪੜ੍ਹਦੀ, ਫਿਕਸ਼ਨਲ ਦੁਨੀਆ 'ਚ ਵਿਚਰਦੀ, ਅਸਲੀਅਤ ਨਾਲੋਂ ਬੜੀ ਦੂਰ ਚਲੀ ਗਈ ਸੀ। ਉਹਨੂੰ ਇਹ ਭੁੱਲ ਹੀ ਗਿਆ ਸੀ ਕਿ ਉਹ ਇੱਕ ਔਰਤ ਹੈ, ਉਹ ਇੱਕ ਪਤਨੀ ਹੈ, ਇੱਕ ਮਾਂ ਹੈ, ਇੱਕ ਘਰ ਦੀ ਨੂੰਹ ਹੈ, ਇੱਕ ਘਰ ਦੀ ਧੀ ਹੈ। ਨਹੀਂ ਤਾਂ ਮੇਰਾ ਇਹ ਹਾਲ ਨਾ ਹੁੰਦਾ, ਅਰਵਿੰਦ ਦਾ ਇਹ ਹਾਲ ਨਾ ਹੁੰਦਾ। ਮੇਰੇ ਵਾਂਗੂ ਵੀ ਅਲਕਾ ਨੂੰ ਬਹੁਤ ਪਿਆਰ ਕਰਦਾ ਸੀ। ਕਿਤੇ ਅਰਵਿੰਦ ਦੇ ਸਭ ਕਾਸੇ ਨੂੰ ਭੁੱਲ ਜਾਣ ਲਈ, ਇਸ ਸਭ ਕਾਸੇ ਤੋਂ ਪਾਰ ਲੰਘ ਜਾਣ ਲਈ ਤਾਂ ਘਰੋਂ ਨਹੀਂ ਚਲਾ ਗਿਆ। ਮੈਂ ਜਿਉਂਦਾ ਹੁੰਦਾ ਤਾਂ ਉਹਨੇ ਕਿਧਰੇ ਨਹੀਂ ਸੀ ਜਾਣਾ। ਜੇ ਕਿਸ ਤਰ੍ਹਾਂ ਚਲਿਆ ਵੀ ਜਾਂਦਾ, ਮੈਂ ਆਥਣ ਤੋਂ ਪਹਿਲਾਂ ਟੋਲ ਲਿਆਉਣਾ ਸੀ। ਪਰ ਹੁਣ ਮੈਂ ਕੀ ਕਰਾਂ, ਲੋਕੋ ਮੈਂ ਬਹੁਤ ਔਖਾ। ਮੇਰਾ ਬੱਚਾ ਗੁੰਮ ਹੋ ਗਿਆ, ਪਤਾ ਨਹੀਂ ਕਿੱਧਰ ਨੂੰ ਚਲਾ ਗਿਆ। ਮੈਂ ਚੀਖ ਕੇ ਦੱਸ ਵੀ ਤਾਂ ਨਹੀਂ ਸਕਦਾ, ਰੋ ਕੇ ਵਿਖਾ ਵੀ ਨਹੀਂ ਸਕਦਾ। ਮੈਂ ਕਿਸੇ ਨੂੰ ਪੁੱਛ ਵੀ ਨਹੀਂ ਸਕਦਾ ਕਿ ਉਹ ਕਿਸੇ ਨੇ ਦੇਖਿਆ ਹੋਵੇ। ਮੈਂ ਆਪਣਾ ਦੁੱਖ ਵੀ ਦੱਸ ਨਹੀਂ ਸਕਦਾ। ਮੈਂ ਕੀ ਕਰਾਂ, ਮੈਂ ਮਰ ਵੀ ਨਹੀਂ ਸਕਦਾ। ਮੈਂ ਤਾਂ ਪਹਿਲਾਂ ਹੀ ਮਰ ਚੁੱਕਾ ਹਾਂ। ਧੰਨਵਾਦ।